6ਵਾਂ ਵਚਨ ਵੇਖਦੇ ਹਾਂ। ਸੁਲੇਮਾਨ ਨੇ ਉਹੀ ਉਸ ਪਿੱਤਲ ਦੀ ਵੇਦੀ ਦੇ ਕੋਲ ਜਾ ਕੇ ਜੋ ਯਹੋਵਾ ਦੇ ਕੋਲ ਮਿਲਾਪ ਵਾਲੇ ਤੰਬੂ ਦੇ ਕੋਲ ਸੀ, ਉਸ ਤੇ 1000 ਹੋਮ ਬਲੀਆਂ ਚੜਾਈਆਂ। ਹੋਮ ਬਲੀਆਂ ਚੜਾਈਆਂ ਕਿੰਨੀਆਂ? 1000। ਕੀ ਇੱਕ ਬਲੀਦਾਨ ਉਹਦੇ ਲਈ ਕਾਫੀ ਨਹੀਂ ਸੀ? ਕਿ ਇੱਕ ਬਲੀਦਾਨ ਚੜਾਉਣਾ ਇਹ ਕਾਫੀ ਨਹੀਂ ਸੀ? ਇੱਕ ਪਸ਼ੂ ਜਾਂ ਫਿਰ ਇੱਕ ਭੇਡ ਬਲੀਦਾਨ ਚੜਾ ਦਿੱਤੀ। ਇੱਕ ਹੀ ਉਸਨੇ ਜ਼ਿਆਦਾ ਨਹੀਂ ਸਮਝਿਆ। ਕਾਰਨ ਕੀ ਹੈ? ਪਰਮੇਸ਼ਵਰ ਨੇ ਮੈਨੂੰ ਇਸ ਜਗ੍ਹਾ ਤੇ ਰੱਖਿਆ ਹੈ, ਇਸ ਲਈ ਮੇਰੀ ਭੇਂਟ ਵੀ ਇੱਕ ਰਾਜੇ ਦੀ ਭੇਂਟ ਵਰਗੀ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਕਹਿ ਕੇ ਇੱਕ ਬਲੀਦਾਨ, ਫਿਰ ਇੱਕ ਹੋਰ ਬਲੀਦਾਨ, ਇੱਕ ਭੇਡ ਜਾਂ ਫਿਰ ਇੱਕ ਬੱਕਰਾ, ਇਸ ਤਰ੍ਹਾਂ ਬਲੀਦਾਨ ਨਹੀਂ। ਪਰਮੇਸ਼ਵਰ ਨੇ ਮੈਨੂੰ ਇੱਕ ਰਾਜੇ ਦੀ ਤਰ੍ਹਾਂ ਰੱਖਿਆ ਹੈ, ਇਸ ਲਈ ਮੇਰੀ ਭੇਂਟ ਵੀ ਇਸੇ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਤੁਸੀਂ ਸਮਝ ਰਹੇ ਹੋ ਨਾ? ਪਰਮੇਸ਼ਵਰ ਨੇ ਤੁਹਾਨੂੰ ਜਿੱਥੇ ਤੱਕ ਪਹੁੰਚਾਇਆ ਹੈ, ਤੁਹਾਨੂੰ ਜਿਹੜੀ ਪੋਜੀਸ਼ਨ ਤੇ ਰੱਖਿਆ ਹੈ, ਤੁਹਾਨੂੰ ਜਿੰਨੀ ਵੀ ਆਸ਼ੀਸ਼ ਦਿੱਤੀ, ਤੁਹਾਡੀ ਭੇਂਟ ਵੀ ਉਸੇ ਤਰ੍ਹਾਂ ਹੋਣੀ ਚਾਹੀਦੀ। ਅਗਰ ਵੇਖਿਆ ਜਾਵੇ ਤਾਂ ਪਰਮੇਸ਼ਵਰ ਨੇ ਕੁਝ ਲੋਕਾਂ ਨੂੰ ਇੰਨਾ ਕੁਝ ਦਿੱਤਾ, ਲੇਕਿਨ ਜਦੋਂ ਪ੍ਰਭੂ ਨੂੰ ਦੇਣ ਦੀ ਵਾਰੀ ਆਉਂਦੀ ਹੈ, ਉਹ ਹਰ ਰੋਜ਼ ਕੰਜੂਸ ਬਣਦੇ ਜਾਂਦੇ ਹਨ। ਉਦਾਹਰਨ, ਇੱਕ ਆਦਮੀ ਨੇ ਇੱਕ ਸੁਪਨਾ ਵੇਖਿਆ। ਇੱਕ ਰਿਕਸ਼ੇ ਚਲਾਉਣ ਵਾਲੇ ਨੂੰ ਇਹ ਸੁਪਨਾ ਆਇਆ। ਇਹ ਮੈਂ ਤੁਹਾਨੂੰ ਸਮਝਾਉਣ ਲਈ ਦੱਸ ਰਿਹਾ ਹਾਂ, ਤੁਸੀਂ ਕੁਝ ਗਲਤ ਨਾ ਸੋਚਿਓ। ਵੇਖੋ, ਰਿਕਸ਼ਾ ਚਲਾਉਣ ਵਾਲੇ ਨੇ ਸੁਪਨਾ ਵੇਖਿਆ। ਉਸ ਸੁਪਨੇ ਦੇ ਵਿੱਚ ਉਸਨੇ ਪ੍ਰਭੂ ਨਾਲ ਇੱਕ ਵਾਅਦਾ ਕੀਤਾ, ਪ੍ਰਭੂ ਜੀ, ਮੇਰੀ ਅਗਰ 100 ਰੁਪਏ ਕਮਾਈ ਹੁੰਦੀ ਹੈ ਤਾਂ ਮੈਂ ਉਹਦੇ ਵਿੱਚੋਂ 20 ਰੁਪਏ ਤੁਹਾਨੂੰ ਦੇ ਦੇਵਾਂਗਾ, ਪ੍ਰਭੂ ਜੀ। ਉਸਨੇ ਇਸ ਤਰ੍ਹਾਂ ਦੀ ਸੋਚ ਰੱਖੀ। ਉਹਦੇ ਰਿਕਸ਼ੇ ਦਾ ਕਿਰਾਇਆ 100 ਰੁਪਇਆ ਆਇਆ ਤਾਂ ਉਸਨੇ ਬੜੀ ਖੁਸ਼ੀ ਨਾਲ 20 ਰੁਪਏ ਪਰਮੇਸ਼ਵਰ ਨੂੰ ਦੇ ਦਿੱਤੇ। ਪ੍ਰਭੂ ਨੇ ਕਿਰਪਾ ਕੀਤੀ ਤਾਂ ਉਸ ਰਿਕਸ਼ੇ ਵਾਲੇ ਨੇ ਆਪਣਾ ਆਟੋ ਖਰੀਦ ਲਿਆ। ਹੁਣ 100 ਰੁਪਏ ਦੇ ਬਦਲੇ ਉਸ ਨੂੰ 1000 ਰੁਪਏ ਮਿਲੇ ਅਤੇ ਉਸਨੇ ਬੜੀ ਖੁਸ਼ੀ ਦੇ ਨਾਲ 200 ਰੁਪਏ ਪਰਮੇਸ਼ਵਰ ਨੂੰ ਦੇ ਦਿੱਤੇ। ਪਰਮੇਸ਼ਵਰ ਨੇ ਉਸ ਨੂੰ ਆਸ਼ੀਸ਼ ਦਿੱਤੀ ਅਤੇ ਉਸਨੇ ਕਾਰ ਖਰੀਦੀ। ਉਹ ਇਸ ਕਾਰ ਨੂੰ ਇੱਕ ਟੈਕਸੀ ਦੇ ਰੂਪ 'ਚ ਚਲਾਉਂਦਾ ਰਿਹਾ ਅਤੇ ਉਸ ਨੂੰ 10,000 ਰੁਪਏ ਕਮਾਈ ਹੋਣ ਲੱਗ ਪਈ। ਭਾਈ, 2000 ਰੁਪਏ ਰੋਜ਼ ਦੇ ਪਰਮੇਸ਼ਵਰ ਨੂੰ ਦੇਣਾ, ਇਹ ਮਤਲਬ ਤਾਂ ਹੁਣ ਇਹ ਕੰਮ ਥੋੜਾ ਜਿਹਾ ਮੁਸ਼ਕਿਲ ਲੱਗ ਰਿਹਾ ਹੈ। ਦੇਣਾ ਤਾਂ ਪਵੇਗਾ ਨਾ? ਠੀਕ ਹੈ, ਦਿੰਦਾ ਹਾਂ ਪ੍ਰਭੂ। ਇਸ ਤਰ੍ਹਾਂ ਕਹਿ ਕੇ ਉਸਨੇ ਤਕਲੀਫ ਤੋਂ ਬਾਅਦ ਵੀ ਉਸਨੇ 2000 ਦੇਣੇ ਸ਼ੁਰੂ ਕੀਤੇ। ਹੁਣ ਉਸਨੇ ਇੱਕ ਕਾਰ ਤੋਂ 10 ਕਾਰਾਂ ਬਣਾ ਲਈਆਂ। 10,000 ਗੁਣਾ 10 ਕਾਰ ਯਾਨੀ 1 ਲੱਖ ਰੁਪਇਆ ਮਹੀਨਾ ਆਉਣੇ ਹੈ ਅਤੇ ਪਰਮੇਸ਼ਵਰ ਨੂੰ ਕਿੰਨੇ ਦੇਣੇ ਹੈ? 20,000 ਦੇਣੇ ਹੈ। ਅਤੇ ਉਹਦਾ ਦਿਲ ਨਹੀਂ ਮੰਨਿਆ ਅਤੇ ਉਸਨੇ ਸੋਚਣਾ ਸ਼ੁਰੂ ਕੀਤਾ, ਪ੍ਰਭੂ ਜੀ, ਰੋਜ਼ 20,000 ਰੁਪਇਆ ਦੇਣਾ, ਯਾਨੀ ਕਹਿਣ ਦਾ ਮਤਲਬ ਕਿ ਪੂਰੇ ਮਹੀਨੇ ਦੇ ਵਿੱਚ 6 ਲੱਖ ਰੁਪਇਆ ਦੇਣ 'ਚ ਪ੍ਰਭੂ ਜੀ ਮੈਨੂੰ ਬੜੀ ਤਕਲੀਫ ਹੋ ਰਹੀ ਆ। ਜਦੋਂ 70 ਲੱਖ ਸੀ ਤਾਂ ਤਕਲੀਫ ਨਹੀਂ ਸੀ। ਮਹੀਨੇ 'ਚ 30 ਲੱਖ ਰੁਪਇਆ ਆ ਰਿਹਾ ਹੈ। ਇਸ ਤੋਂ ਪਹਿਲਾਂ ਉਹ 20ਵਾਂ ਹਿੱਸਾ ਦੇ ਰਿਹਾ ਸੀ। ਪ੍ਰਭੂ ਜੀ, 6 ਲੱਖ ਰੁਪਏ ਮਹੀਨੇ ਦੇਣੇ ਹੈ ਪ੍ਰਭੂ ਜੀ, ਇਹ ਮੇਰੇ ਲਈ ਬੜਾ ਮੁਸ਼ਕਿਲ ਹੋ ਰਿਹਾ ਹੈ ਪ੍ਰਭੂ ਜੀ। ਅਤੇ ਫਿਰ ਇਸ ਤਰ੍ਹਾਂ ਅੱਗੇ ਸੋਚ ਕੇ ਉਸਨੇ ਕਿਹਾ, ਪ੍ਰਭੂ ਮੈਂ ਇਹ ਦੇ ਨਹੀਂ ਸਕਦਾ। ਫਿਰ ਪ੍ਰਭੂ ਨੇ ਕਿਹਾ ਕਿ ਤੈਨੂੰ ਦੇਣ ਲਈ ਬਹੁਤ ਤਕਲੀਫ ਹੋ ਰਹੀ ਹੈ ਨਾ? ਹਾਂ ਪ੍ਰਭੂ, ਬਹੁਤ ਹੀ ਮੁਸ਼ਕਿਲ ਹੈ। ਠੀਕ ਹੈ, ਤੂੰ ਖੁਸ਼ੀ ਦੇ ਨਾਲ ਹੀ ਦੇ, ਚਾਹੇ 20 ਰੁਪਏ ਹੀ ਤੂੰ ਦੇ। ਉਸਨੇ ਕਿਹਾ। ਸੁਪਨਾ ਖਤਮ ਹੋ ਗਿਆ ਤੇ ਅੱਖਾਂ ਖੁੱਲੀਆਂ ਅਤੇ ਸਾਹਮਣੇ ਰਿਕਸ਼ਾ ਵੇਖਿਆ। ਫਿਰ ਉਹ ਸਮਝ ਗਿਆ, ਜੋ ਕੁਝ ਤੁਸੀਂ ਖੁਸ਼ੀ ਨਾਲ ਦੇ ਸਕਦੇ ਹੋ, ਪਰਮੇਸ਼ਵਰ ਉਸੇ 'ਚ ਹੀ ਰੱਖਦੇ ਹੈ। ਕਿਰਪਾ ਕਰਕੇ ਧਿਆਨ ਨਾਲ ਸੁਣੋ। ਜੇ ਪਰਮੇਸ਼ਵਰ ਤੁਹਾਨੂੰ ਆਸ਼ੀਸ਼ ਦਿੰਦੇ ਜਾ ਰਹੇ ਹੈ, ਅਗਰ ਧੰਨਵਾਦੀ ਹੋ ਕੇ ਜੀਣ 'ਚ ਕਮੀ ਆ ਰਹੀ ਆ ਤਾਂ ਆਸ਼ੀਸ਼ਾਂ ਚਲੇ ਜਾਏਗੀਆਂ। ਸੁਲੇਮਾਨ ਨੂੰ ਅਗਰ ਆਪਾਂ ਧਿਆਨ ਦੇ ਨਾਲ ਵੇਖਦੇ ਹਾਂ ਤਾਂ ਇੱਥੇ ਇੱਕ ਭੇਡ ਜਾਂ ਫਿਰ ਇੱਕ ਬੱਕਰਾ ਚੜਾ ਕੇ ਸੰਤੁਸ਼ਟ ਨਹੀਂ ਹੋਇਆ, ਕਿਉਂਕਿ ਉਸਨੇ ਸੋਚਿਆ ਪਰਮੇਸ਼ਵਰ ਨੇ ਮੈਨੂੰ ਰਾਜਾ ਬਣਾਇਆ। ਪ੍ਰਭੂ ਨੇ ਮੈਨੂੰ ਰਾਜਾ ਬਣਾਇਆ। ਇਸ ਗੱਲ ਨੂੰ ਸੋਚ ਕੇ ਉਸਨੇ ਪਰਮੇਸ਼ਵਰ ਨੂੰ ਅਰਪਣ ਕੀਤਾ। 1000 ਬਲੀਦਾਨ ਚੜਾਏ। ਪਰਮੇਸ਼ਵਰ ਨੇ ਸਭ ਵੇਖਿਆ। ਸਭ ਕੁਝ ਉਸਨੇ ਵੇਖਿਆ। ਉਸਨੇ ਕੀ ਵੇਖਿਆ? ਦੋਸਤੋ, ਅਗਰ ਸਥਿਰ ਹੋ ਜਾਵੋਗੇ ਤਾਂ ਵੀ ਉਸਨੂੰ ਉਹ ਨਹੀਂ ਛੱਡੇਗਾ। ਇਹ ਉਸਨੇ ਵੇਖਿਆ। ਇੰਨੇ ਉੱਚੇ ਅਹੁਦੇ ਤੇ ਪਹੁੰਚਣ ਦੇ ਬਾਵਜੂਦ ਪਰਮੇਸ਼ਵਰ ਦੀ ਹਜ਼ੂਰੀ ਨੂੰ ਉਸਨੇ ਅਣਦੇਖਾ ਨਹੀਂ ਕੀਤਾ। ਇਹ ਵੇਖਿਆ। ਉੱਤਮ ਸਥਾਨ ਪਾਉਣ ਤੋਂ ਬਾਅਦ ਉਸਨੇ ਜਿਹੜੇ ਅਧਿਕਾਰ ਪਾਏ ਸੀ, ਪਾਪ ਕਰਨ ਦੇ ਲਈ ਨਹੀਂ, ਉਸਨੇ ਪ੍ਰਜਾ ਨੂੰ ਪਰਮੇਸ਼ਵਰ ਦੀ ਹਜ਼ੂਰੀ 'ਚ ਲੈ ਕੇ ਜਾਣ ਦੇ ਲਈ ਇਹ ਸਭ ਕੁਝ ਕੀਤਾ। ਇਹ ਵੀ ਉਸਨੇ ਵੇਖਿਆ। ਕੇਵਲ ਇੰਨਾ ਹੀ ਨਹੀਂ, ਉਹ ਜਿਹੜੇ ਅਹੁਦੇ ਅਤੇ ਅਧਿਕਾਰ ਤੇ ਬੈਠਾ ਹੈ, ਯਾਨੀ ਉਸ ਨੂੰ ਜਿਹੜਾ ਅਹੁਦਾ ਮਿਲਿਆ ਹੋਇਆ ਹੈ, ਪਰਮੇਸ਼ਵਰ ਨੇ ਮੈਨੂੰ ਰਾਜਾ ਬਣਾਇਆ, ਇਸ ਲਈ ਮੇਰੀ ਭੇਂਟ ਵੀ ਰਾਜਾ ਵਰਗੀ ਹੋਣੀ ਚਾਹੀਦੀ। ਇੱਕ ਐਸੇ ਉੱਤਮ ਇਨਸਾਨ ਨੂੰ ਪਰਮੇਸ਼ਵਰ ਨੇ ਵੇਖਿਆ। ਹੋਮ ਬਲੀਆ ਅਰਪਣ ਕਰਨ ਤੋਂ ਬਾਅਦ ਹੀ ਰਾਤ ਨੂੰ, ਕਿਹੜੀ ਰਾਤ ਨੂੰ? ਜਦੋਂ ਇਹ ਸਭ ਕੁਝ ਹੋਇਆ,
ਉਸ ਤੋਂ ਬਾਅਦ ਵਾਲੀ ਰਾਤ, ਸਮਝ ਗਏ ਨਾ ਦੋਸਤੋ? ਪਰਮੇਸ਼ਵਰ ਨੇ ਉਸ ਦਿਨ ਉਹਦੇ ਜੀਵਨ 'ਚ ਕੀ ਵੇਖਿਆ। ਮੈਂ ਅਗਰ ਸਥਿਰ ਹੋ ਗਿਆ ਤਾਂ ਵੀ ਪ੍ਰਭੂ ਨੂੰ ਨਹੀਂ ਭੁੱਲਾਂਗਾ। ਇੱਕ ਉੱਤਮ ਸਥਾਨ ਤੇ ਆਉਣ ਤੋਂ ਬਾਅਦ ਵੀ ਪਰਮੇਸ਼ਵਰ ਦੀ ਹਜ਼ੂਰੀ ਨੂੰ ਉਸਨੇ ਅਣਦੇਖਾ ਨਹੀਂ ਕੀਤਾ ਸੀ। ਅਗਰ ਉਸ ਅਹੁਦੇ ਤੇ ਰਹਿੰਦੇ ਹੋਏ ਜੋ ਕੁਝ ਵੀ ਕਰੇ ਇਹ ਸਭ ਕੁਝ ਚੱਲ ਜਾਏਗਾ। ਇਹ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਉਸਨੇ ਪਾਪ ਕਰਨ ਲਈ ਕੋਈ ਵੀ ਜਗ੍ਹਾ ਨਹੀਂ ਚੁਣੀ। ਉਹ ਆਪਣੀ ਪ੍ਰਜਾ ਨੂੰ ਪਵਿੱਤਰ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਲੈ ਕੇ ਗਿਆ। ਇਹ ਪਰਮੇਸ਼ਵਰ ਨੇ ਵੇਖਿਆ। ਇਸ ਤਰ੍ਹਾਂ ਨਹੀਂ ਉਹਦੇ ਅਹੁਦੇ ਨੂੰ ਸੂਟ ਹੋ ਸਕੇ ਐਸੀਆਂ ਭੇਂਟਾਂ ਉਸਨੇ ਪ੍ਰਭੂ ਨੂੰ ਭੇਂਟ ਕੀਤੀਆਂ ਅਤੇ ਪਰਮੇਸ਼ਵਰ ਨੇ ਇਹ ਸਭ ਵੇਖਿਆ ਅਤੇ ਪਰਮੇਸ਼ਵਰ ਬੜੇ ਖੁਸ਼ ਹੋਏ। ਉਸੇ ਰਾਤ ਨੂੰ ਪਰਮੇਸ਼ਵਰ ਨੇ ਉਸ ਨੂੰ ਦਰਸ਼ਨ ਦੇ ਕੇ ਆਖਿਆ, ਸੁਲੇਮਾਨ, ਆਓ ਅਸੀਂ ਇਸ ਵਚਨ ਨੂੰ ਵੇਖਦੇ ਹਾਂ। ਉਸੇ ਰਾਤ ਨੂੰ ਪਰਮੇਸ਼ਵਰ ਨੇ ਸੁਲੇਮਾਨ ਨੂੰ ਦਰਸ਼ਨ ਦੇ ਕੇ ਆਖਿਆ, ਜੋ ਕੁਝ ਤੂੰ ਚਾਹੇ ਕਿ ਮੈਂ ਤੈਨੂੰ ਉਹ ਸਭ ਦਿਆਂ, ਉਹ ਮੰਗ ਅਤੇ ਮੈਂ ਤੈਨੂੰ ਦਿਆਂਗਾ। ਸੁਲੇਮਾਨ ਨੇ ਪਰਮੇਸ਼ਵਰ ਨੂੰ ਇਸ ਤਰ੍ਹਾਂ ਆਖਿਆ, ਤੂੰ ਮੇਰੇ ਪਿਤਾ ਦਾਊਦ ਤੇ ਐਨੀ ਕਿਰਪਾ ਕਰਦਾ ਆਇਆ ਹੈ, ਹੁਣ ਮੈਨੂੰ ਉਹਦੀ ਜਗ੍ਹਾ ਤੇ ਰਾਜਾ ਬਣਾਇਆ ਹੈ। ਹੁਣ ਹੇ ਯਹੋਵਾ, ਜੋ ਵਚਨ ਤੁਸੀਂ ਮੇਰੇ ਪਿਤਾ ਦਾਊਦ ਨੂੰ ਦਿੱਤਾ ਸੀ ਉਹ ਵਚਨ ਹੁਣ ਪੂਰਾ ਹੋਵੇ। ਤੁਸੀਂ ਮੈਨੂੰ ਐਸੀ ਪ੍ਰਜਾ ਦਾ ਰਾਜਾ ਬਣਾਇਆ ਹੈ ਜਿਹੜੀ ਧਰਤੀ ਦੀ ਰੇਤ ਦੇ ਦਾਣਿਆਂ ਦੀ ਤਰ੍ਹਾਂ ਬਹੁਤ ਹੈ। ਹੁਣ ਮੈਨੂੰ ਐਸੀ ਸਮਝ ਅਤੇ ਗਿਆਨ ਦੇ ਕਿ ਮੈਂ ਐਸੀ ਵੱਡੀ ਪ੍ਰਜਾ ਦੇ ਅੰਦਰ ਅਤੇ ਬਾਹਰ ਆ ਜਾ ਕੇ ਨਿਆਂ ਕਰ ਸਕਾਂ। ਤੇ ਕੌਣ ਐਸਾ ਹੈ ਜੋ ਐਨੀ ਵੱਡੀ ਪ੍ਰਜਾ ਦਾ ਨਿਆਂ ਕਰ ਸਕੇ? ਕਹਿੰਦਾ, ਮੇਰੇ ਉੱਤੇ ਐਸੀ ਵੱਡੀ ਦਇਆ ਕਰੋ। ਉਸਨੇ ਕੀ ਕੀਤਾ ਪਤਾ ਹੈ? ਮੈਨੂੰ ਇੱਕ ਕੰਮ ਦਿੱਤਾ ਗਿਆ ਹੈ, ਮੈਨੂੰ ਇੱਕ ਜ਼ਿੰਮੇਵਾਰੀ ਦਿੱਤੀ ਗਈ ਹੈ। ਮੇਰੇ ਪਿਤਾ ਦੇ ਸਭ ਤੋਂ ਉੱਚੇ ਸਿੰਘਾਸਨ ਨੂੰ ਤੁਸੀਂ ਮੈਨੂੰ ਦਿੱਤਾ ਹੈ ਪ੍ਰਭੂ। ਉਹ ਕੀ ਇੱਛਾ ਰੱਖਦਾ ਹੈ ਪਤਾ ਹੈ? ਬੁੱਧ ਦੀ ਇੱਛਾ। ਇਸ ਤਰ੍ਹਾਂ ਕਿਉਂ? ਤਾਂ ਕਿ ਮੈਂ ਤੇਰੀ ਇੱਛਾ ਦੇ ਅਨੁਸਾਰ ਤੇਰੀ ਪ੍ਰਜਾ ਤੇ ਰਾਜ ਕਰ ਸਕਾਂ। ਸੱਚਾ ਨਿਆਂ ਕਰਨ ਦੇ ਲਈ ਅੱਛਾਈ ਅਤੇ ਬੁਰਾਈ ਦਾ ਗਿਆਨ ਚਾਹੀਦਾ ਕਿ ਸੱਚਾ ਨਿਆਂ ਕਰ ਸਕੇ। ਜਦ ਪਰਮੇਸ਼ਵਰ ਨੇ ਪੁੱਛਿਆ ਕਿ ਦਰਸ਼ਨ ਦੇ ਵਿੱਚ ਕੀ ਚਾਹੀਦਾ, ਤਦ ਜਾਣਦੇ ਹੋ ਸੁਲੇਮਾਨ ਨੇ ਉਸ ਨੂੰ ਕੀ ਕਿਹਾ? ਤੁਸੀਂ ਮੈਨੂੰ ਜਿਹੜਾ ਵੀ ਕੰਮ ਦਿੱਤਾ ਹੈ, ਇਸ ਕੰਮ ਨੂੰ ਪੂਰਾ ਕਰਨ ਦੇ ਲਈ ਮੈਨੂੰ ਬੁੱਧੀ ਅਤੇ ਗਿਆਨ ਦਿਓ। ਮੇਰਾ ਸਵਾਲ ਹੈ ਮੇਰੇ ਛੋਟੇ ਭਰਾਵੋ ਅਤੇ ਮੇਰੀ ਛੋਟੀ ਭੈਣੋ, ਹੁਣ ਇਸ ਸਮੇਂ ਪਰਮੇਸ਼ਵਰ ਦਰਸ਼ਨ ਦੇ ਕੇ ਜੇ ਤੁਹਾਨੂੰ ਕਵੇ ਕਿ ਮੇਰੇ ਤੋਂ ਮੰਗ, ਤੇ ਤੁਸੀਂ ਕੀ ਮੰਗੋਗੇ? ਕੁਝ ਲੋਕ ਕਾਰ ਮੰਗ ਸਕਦੇ ਹੈ। ਕੁਝ ਲੋਕ ਕਾਫੀ ਦਿਨਾਂ ਤੋਂ ਆਪਣੇ ਘਰ ਦੇ ਬਾਰੇ ਸੋਚ ਰਹੇ ਅਤੇ ਕਹਿੰਦੇ ਹਨ ਕਿ ਪ੍ਰਭੂ ਮੈਨੂੰ ਘਰ ਦਿਓ। ਪ੍ਰਭੂ ਜੀ 10 ਸਾਲ ਤੋਂ ਮੇਰੀ ਸ਼ਾਦੀ ਨਹੀਂ ਹੋਈ, ਇੱਕ ਚੰਗੀ ਕੁੜੀ ਦਾ ਮੈਨੂੰ ਰਿਸ਼ਤਾ ਆਉਣ ਦਿਓ। ਮੇਰੇ ਸੰਤਾਨ ਨਹੀਂ ਹੈ, ਮੈਨੂੰ ਸੰਤਾਨ ਦੀ ਆਸ਼ੀਸ਼ ਦਿਓ ਪ੍ਰਭੂ ਜੀ। ਕਈ ਸਮੇਂ ਤੋਂ ਅਮਰੀਕਾ ਜਾਣਾ ਚਾਹੁੰਦਾ ਹਾਂ, ਪਰਮੇਸ਼ਵਰ ਮੈਨੂੰ ਅਮਰੀਕਾ ਲੈ ਕੇ ਜਾਓ। ਅਤੇ ਕੁਝ ਲੋਕ ਕਹਿਣਗੇ ਪ੍ਰਭੂ ਜੀ ਮੇਰੇ ਵਾਲ ਝੜ ਰਹੇ ਆ। ਉਹਦੇ ਵਾਲ ਨਾ ਝੜੇ, ਇਹ ਉਹਦੀ ਪਰੇਸ਼ਾਨੀ ਹੈ। ਥੋੜੀ ਜਿਹੀ ਹਾਈਟ ਵਧਾ ਦਿਓ ਪ੍ਰਭੂ ਜੀ। ਮੇਰਾ ਥੋੜਾ ਜਿਹਾ ਮੋਟਾਪਾ ਪ੍ਰਭੂ ਜੀ ਘੱਟ ਕਰ ਦਿਓ, ਮੈਂ ਬੜਾ ਭਾਰਾ ਹੋ ਗਿਆ ਹਾਂ। ਨਹੀਂ ਪਤਾ ਕਿ ਤੁਹਾਨੂੰ ਕੀ ਚਾਹੀਦਾ, ਮੈਂ ਪੁੱਛਦਾ ਹਾਂ ਕੀ ਮੰਗੋਗੇ? ਇੱਕ ਵਾਰ ਸੋਚ ਕੇ ਵੇਖੋ, ਜੇ ਪਰਮੇਸ਼ਵਰ ਤੁਹਾਨੂੰ ਪੁੱਛੇ ਕਿ ਤੁਹਾਨੂੰ ਕੀ ਚਾਹੀਦਾ, ਜਾਣਦੇ ਹੋ ਇਹ ਕਿਹਦੇ ਉੱਤੇ ਨਿਰਭਰ ਹੈ? ਪਰਮੇਸ਼ਵਰ ਦੇ ਨਾਲ ਵਾਲੇ ਰਿਸ਼ਤੇ ਤੇ ਇਹ ਨਿਰਭਰ ਹੈ। ਮੇਰਾ ਮਨ ਅਗਰ ਪਰਮੇਸ਼ਵਰ ਦੇ ਨਾਲ ਇੱਕ ਹੋ ਗਿਆ, ਜੇ ਮੈਂ ਪਰਮੇਸ਼ਵਰ ਦੇ ਬਹੁਤ ਨੇੜੇ ਰਹਿੰਦਾ ਹਾਂ ਤਾਂ ਮੇਰੀਆਂ ਇੱਛਾਵਾਂ ਚੰਗੀਆਂ ਰਹਿੰਦੀਆਂ ਹੈ, ਵਚਨ ਦੇ ਅਨੁਸਾਰ ਹੁੰਦੀਆਂ ਹੈ, ਪ੍ਰਭੂ ਦੀ ਇੱਛਾ ਅਨੁਸਾਰ ਹੋਣਗੀਆਂ। ਜੇ ਮੇਰਾ ਜੀਵਨ ਪਰਮੇਸ਼ਵਰ ਤੋਂ ਦੂਰ ਹੈ ਤਾਂ ਮੇਰੀਆਂ ਇੱਛਾਵਾਂ ਵੀ ਇਸ ਤਰ੍ਹਾਂ ਭਟਕਦੀਆਂ ਰਹਿਣਗੀਆਂ। ਤੁਸੀਂ ਜੋ ਕੁਝ ਵੀ ਚਾਹੁੰਦੇ ਹੋ ਇਹ ਸਭ ਤਾਂ ਆਤਮਿਕਤਾ ਦੇ ਉੱਪਰ ਨਿਰਧਾਰਿਤ ਹੁੰਦਾ ਹੈ। ਤੁਹਾਡਾ ਦਿਲ ਅੰਗੀਕਾਰ ਕਰਕੇ ਪਰਮੇਸ਼ਵਰ ਦੀ ਨੇੜੇਤਾ ਨੂੰ ਚਾਹੁੰਦਾ ਹੈ ਜਾਂ ਫਿਰ ਕਿਸੇ ਹੋਰ ਬੇਕਾਰ ਦੀਆਂ ਗੱਲਾਂ ਚਾਹੁੰਦਾ ਹੈ। ਪਰਮੇਸ਼ਵਰ ਦੀ ਹਜ਼ੂਰੀ 'ਚ ਆ ਕੇ ਵਚਨ ਦੇ ਵਿਰੁੱਧ ਇੱਛਾਵਾਂ ਰੱਖਦੇ ਹਨ। ਕੀ ਸਾਡੇ ਵਿੱਚੋਂ ਵੀ ਐਸਾ ਕੋਈ ਹੈ? हे ਪ੍ਰਭੂ, ਜੈਸਾ ਵੀ ਹੈ ਜੋ ਵੀ ਕਰਨਾ ਕਰ। ਪ੍ਰਭੂ ਮੇਰਾ ਘਰ ਡੁਪਲੈਕਸ ਬਣਾ ਦੇ, ਡੁਪਲੈਕਸ ਬਣਾ ਦੇ। ਮੇਰੇ ਕੋਲ 3 ਬੈੱਡਰੂਮ ਹੋਣੇ ਚਾਹੀਦੇ ਹੈ, 3 ਬੈੱਡਰੂਮ ਦਾ ਘਰ ਚਾਹੀਦਾ ਹੈ ਪ੍ਰਭੂ। ਮੇਰਾ ਘਰ ਡਬਲ ਸਟੋਰੀ ਹੋਣਾ ਚਾਹੀਦਾ ਪ੍ਰਭੂ। ਬਸ ਪ੍ਰਾਰਥਨਾ ਕਰਦੇ ਰਹਿੰਦੇ ਹਨ। ਅਗਰ ਸੋਚਿਆ ਜਾਵੇ ਤੁਹਾਡੀ ਪਤੀ ਜਾਂ ਪਤਨੀ ਦੀ ਤਨਖਾਹ ਕਿੰਨੀ ਹੈ? ਪਤੀ ਦੀ ਤਨਖਾਹ 10,000, ਪਤਨੀ ਦੀ 7,000। ਕੀ ਚਾਹੁੰਦੇ ਹਨ? ਡਬਲ ਮੰਜ਼ਲੀ। ਕੀ ਮੰਗਦੇ ਹੈ? ਟ੍ਰਿਪਲ ਬੈੱਡਰੂਮ। ਅਤੇ ਤੁਹਾਨੂੰ ਕੀ ਚਾਹੀਦਾ? ਮਹਿੰਗੀ ਕਾਰ। ਇਹ ਵਿਚਾਰ ਕਿਉਂ ਆਏ? ਕਿਉਂਕਿ ਇਹ ਮੇਰੀ ਭੈਣ ਦੇ ਕੋਲ ਆ। ਮੇਰੇ ਭਰਾ ਨੇ ਵੀ ਖਰੀਦੀ, ਉਸਨੇ ਕਾਰ ਖਰੀਦੀ ਅਤੇ ਮੇਰੀ ਭੈਣ ਨੇ ਵੀ ਖਰੀਦੀ। ਮੈਂ ਖਰੀਦੂੰਗੀ, ਇਹ ਕਿਹੜਾ ਗਲਤ ਹੈ? ਮੈਂ ਚਾਹੁੰਦੀ ਹਾਂ। ਇਹ ਵਿਚਾਰ ਆਇਆ ਕਿੱਥੋਂ? ਪਰਮੇਸ਼ਵਰ ਨਾਲ ਕੋਈ ਸੰਗਤੀ ਨਹੀਂ ਆ, ਪਰਮੇਸ਼ਵਰ ਨਾਲ ਕੋਈ ਰਿਸ਼ਤਾ ਨਹੀਂ ਆ। ਫਿਰ ਤੁਸੀਂ ਕੀ ਕਰੋਗੇ? ਜੋ ਕੁਝ ਤੁਹਾਡੇ ਕੋਲ ਹੈ ਉਹਦੇ 'ਚ ਸਬਰ ਕਰੋ। ਮੈਂ ਦੱਸਣਾ ਚਾਹੁੰਦਾ ਹਾਂ ਕਿ ਆਤਮਿਕ ਜੀਵਨ ਦੇ ਵਿੱਚ ਤੁਸੀਂ ਜਿਹਦੀ ਵੀ ਇੱਛਾ ਕਰਦੇ ਹੋ, ਜੇ ਅਸੀਂ ਪ੍ਰਭੂ ਦੇ ਨੇੜੇ ਰਹਿੰਦੇ ਹਾਂ ਤਾਂ ਅਸੀਂ ਆਪਣੇ ਆਤਮਿਕ ਰਿਸ਼ਤੇ ਦੇ ਅਨੁਸਾਰ ਹੀ ਇਹ ਸਭ ਮੰਗਦੇ ਹਾਂ।
ਅਤੇ ਜੇ ਤੁਸੀਂ ਬੇਕਾਰ ਦੀਆਂ ਇੱਛਾ ਰੱਖਦੇ ਹੋ, ਬੜੇ ਚੰਗੇ ਤਰੀਕੇ ਨਾਲ ਯਾਕੂਬ ਦੀ ਪੱਤਰੀ 'ਚ ਦੱਸਿਆ ਗਿਆ ਹੈ, 4 ਅਧਿਆਇ ਉਹਦੇ ਪਹਿਲੇ ਵਚਨ ਦੇ ਵਿੱਚ, ਤੁਸੀਂ ਜੋ ਕੁਝ ਵੀ ਚਾਹੁੰਦੇ ਹੋ ਉਹ ਕੇਵਲ ਤੁਸੀਂ ਆਪਣੇ ਭੋਗ ਵਿਲਾਸ ਦੇ ਲਈ ਹੀ ਮੰਗਦੇ ਹੋ, ਇਸੇ ਲਈ ਪਰਮੇਸ਼ਵਰ ਤੁਹਾਨੂੰ ਨਹੀਂ ਦਿੰਦੇ। ਸਾਫ਼ ਲਿਖਿਆ ਹੈ, ਤੁਸੀਂ ਪਰਮੇਸ਼ਵਰ ਕੋਲ ਆ ਕੇ ਜੋ ਵੀ ਚਾਹੁੰਦੇ ਹੋ ਇੱਛਾ ਦੇ ਲਈ, ਅਗਰ ਤੁਸੀਂ ਐਸੇ ਫਾਲਤੂ ਤੇ ਬੇਕਾਰ ਵਿਚਾਰਾਂ ਦੇ ਨਾਲ ਅਗਰ ਇਹ ਚਾਹੁੰਦੇ ਹੋ ਅਤੇ ਦੂਸਰਿਆਂ ਵੱਲ ਵੇਖ ਕੇ ਮੰਗਦੇ ਹੋ ਤਾਂ ਇਹ ਤੁਹਾਨੂੰ ਬਿਲਕੁਲ ਨਹੀਂ ਮਿਲੇਗਾ। ਇਸ ਗੱਲ ਨੂੰ ਤੁਸੀਂ ਸਮਝ ਲਵੋ। ਲਗਭਗ 20 ਸਾਲ ਪਹਿਲਾਂ, ਸ਼ਾਇਦ 1995 ਜਾਂ ਫਿਰ 1996 ਦੀ ਗੱਲ ਹੈ, ਕਲਵਰੀ ਹਾਊਸ ਨਾਮ ਦਾ ਇੱਕ ਹਾਊਸ ਸੀ। ਉਹਦੇ 'ਚ ਅਸੀਂ ਸਾਰੇ ਮਿਲਦੇ ਸੀ। ਆਪਾਂ ਸਾਰੇ ਭਰਾ ਉਹਦੇ 'ਚ ਮਿਲ ਕੇ ਰਹਿੰਦੇ ਸੀ। ਸਾਰਾ ਦਿਨ ਕੰਮ ਕਰਦੇ ਸੀ ਅਤੇ ਸ਼ਾਮ ਨੂੰ ਜਾ ਕੇ ਸੇਵਾ ਕਰਦੇ ਸੀ ਅਤੇ ਰਾਤ ਨੂੰ ਵਾਪਸ ਆਉਂਦੇ 2 ਜਾਂ 3 ਵੱਜ ਜਾਂਦੇ ਸੀ ਅਤੇ ਅਸੀਂ ਸਾਰੇ ਮਿਲ ਕੇ ਖਾਣਾ ਬਣਾਉਂਦੇ ਸੀ। ਖਾਣਾ ਬਣਾਉਂਦੇ ਸੀ ਜਾਂ ਫਿਰ ਦਾਲ ਜਾਂ ਚਾਵਲ ਜਾਂ ਫਿਰ ਸਾਂਬਰ ਬਣਾਉਂਦੇ ਸੀ। ਇਸ ਤਰ੍ਹਾਂ ਖਾਣਾ ਖਾਂਦੇ ਸੀ। ਬੜੇ ਧਿਆਨ ਦੇ ਨਾਲ ਸੁਣੋ। ਇੱਕ ਦਿਨ ਜਦੋਂ ਅਸੀਂ ਆਪਣੇ ਹਾਊਸ ਦੇ ਬਾਹਰ ਆਏ ਤਾਂ ਅਸੀਂ ਵੇਖਿਆ ਇੱਕ ਵਿਅਕਤੀ ਛੋਟਾ ਕੱਪੜਾ ਵਿਛਾ ਕੇ ਉਹਦੇ ਉੱਤੇ ਪਿਆ ਹੋਇਆ ਸੀ। ਹੋ ਸਕਦਾ ਹੋਵੇਗਾ ਕਿ ਮੀਂਹ ਪਿਆ ਹੋਵੇਗਾ ਜਾਂ ਸ਼ੈੱਡ ਥੱਲੇ ਹੈ। ਇਹ ਧਿਆਨ ਨਾ ਦਿੰਦੇ ਹੋਏ ਅਸੀਂ ਅੰਦਰ ਆ ਗਏ। ਅੰਦਰ ਆਉਣ ਤੋਂ ਬਾਅਦ ਜਦੋਂ ਮੈਂ ਖਾਣਾ ਖਾ ਰਿਹਾ ਸੀ ਤੇ ਮੇਰਾ ਖਾਣਾ ਖਾਣ ਦਾ ਮਨ ਨਹੀਂ ਕੀਤਾ, ਕਿਉਂਕਿ ਬਾਹਰ ਇੱਕ ਵਿਅਕਤੀ ਸੀ। ਉਸ ਨੇ ਖਾਣਾ ਖਾਧਾ ਹੋਵੇਗਾ ਜਾਂ ਨਹੀਂ, ਅਤੇ ਮੇਰੇ ਨਾਲ ਜਿਹੜਾ ਭਰਾ ਸੀ ਉਸ ਨੂੰ ਮੈਂ ਬਾਹਰ ਭੇਜ ਕੇ ਉਹਨੂੰ ਪੁੱਛ ਗਿਆ ਕਿ ਉਹ ਥੋੜਾ ਜਿਹਾ ਖਾਣਾ ਖਾਏਗਾ। ਕੀ ਤੂੰ ਖਾਣਾ ਖਾਏਗਾ? ਇਸ ਤਰ੍ਹਾਂ ਉਸ ਨੂੰ ਪੁੱਛ ਲੈ। ਉਸਨੇ ਜਾ ਕੇ ਕਿਹਾ, ਭਰਾ ਤੁਹਾਨੂੰ ਕੀ ਚਾਹੀਦਾ ਹੈ? ਕਿ ਪਾਣੀ ਚਾਹੀਦਾ ਹੈ? ਕਿ ਤੁਸੀਂ ਕੁਝ ਖਾਣਾ ਖਾਓਗੇ? ਤੁਹਾਨੂੰ ਕੁਝ ਚਾਹੀਦਾ ਹੈ? ਜਦੋਂ ਉਸ ਨੂੰ ਉਠਾਇਆ ਅਤੇ ਉਸ ਨੂੰ ਪੁੱਛਿਆ ਤੈਨੂੰ ਕੁਝ ਚਾਹੀਦਾ ਹੈ, ਉਸ ਭਿਖਾਰੀ ਨੇ ਕਿਹਾ ਕੋਲਡ ਡਰਿੰਕ ਚਾਹੀਦੀ। ਕੀ ਕਿਹਾ? ਕੋਲਡ ਡਰਿੰਕ। ਪੁੱਛਿਆ ਕੀ ਚਾਹੀਦਾ? ਕਿਹਾ ਕੋਲਡ ਡਰਿੰਕ। ਰਾਤ ਦੇ ਕਿੰਨੇ ਵਜੇ? ਰਾਤ ਦੇ 3 ਵਜੇ। ਤੁਸੀਂ ਆਪ ਹੀ ਮੈਨੂੰ ਦੱਸੋ, ਉਸ ਨੂੰ ਰਾਤ ਦੇ 3 ਵਜੇ ਕੋਲਡ ਡਰਿੰਕ ਚਾਹੀਦੀ। ਉਹਦੇ ਲਈ ਲੈ ਕੇ ਆਉਂਗੇ ਜਾਂ ਫਿਰ ਇਹ ਸੋਚੋਗੇ ਕਿ ਇਹਨੂੰ ਚੜ੍ਹ ਗਈ ਹੈ? ਇਹ ਸੁਣ ਕੇ ਅਸੀਂ ਬਹੁਤ ਹੱਸੇ ਕਿ ਇਹ ਬਹੁਤ ਜ਼ਿਆਦਾ ਨਸ਼ੇ ਦੇ ਵਿੱਚ ਹੈ, ਕਿ ਇਸਨੇ ਬਹੁਤ ਸਾਰੀ ਸ਼ਰਾਬ ਪੀ ਲਈ ਹੈ ਅਤੇ ਆਪਣੀ ਦੁਨੀਆ ਦੇ ਵਿੱਚ ਮਸਤ ਹੈ। ਖਾਣ ਦੇ ਲਈ ਉਹਦੇ ਕੋਲ ਖਾਣਾ ਨਹੀਂ, ਪਰ ਕੀ ਚਾਹੀਦਾ? ਉਸ ਨੂੰ ਕੋਲਡ ਡਰਿੰਕ ਚਾਹੀਦੀ ਹੈ। ਸਾਡੇ ਵਿੱਚੋਂ ਐਸੇ ਬਹੁਤ ਸਾਰੇ ਲੋਕ ਹੈ ਜੋ ਪਾਗਲਾਂ ਵਾਲੀ ਸੋਚ ਰੱਖਦੇ ਹੈ। ਪਰਮੇਸ਼ਵਰ ਵੀ ਵੇਖ ਕੇ ਇਸੇ ਤਰ੍ਹਾਂ ਹੀ ਸੋਚਦੇ ਹੈ। ਖਾਣ ਦੇ ਲਈ ਇੱਕ ਦਾਣਾ ਵੀ ਨਹੀਂ ਹੈ, ਪਰ ਇਹ ਮੰਗਦਾ ਹੈ। ਇਸ ਤਰ੍ਹਾਂ ਦੀ ਮੂਰਖਤਾ ਵਾਲੀ ਸੋਚ ਰੱਖਣ ਦਾ ਕਾਰਨ ਜਾਣਦੇ ਹੋ? ਕਿਉਂਕਿ ਪਰਮੇਸ਼ਵਰ ਨਾਲ ਰਿਸ਼ਤਾ ਨਹੀਂ। ਪਰਮੇਸ਼ਵਰ ਨਾਲ ਚੰਗਾ ਰਿਸ਼ਤਾ ਨਾ ਹੋਣ ਦੇ ਕਾਰਨ ਵੇਖੋ, ਸੁਲੇਮਾਨ ਦਾ ਜੀਵਨ ਇਸ ਤਰ੍ਹਾਂ ਸੀ ਕਿ ਉਸਨੇ ਪਰਮੇਸ਼ਵਰ ਦਾ ਅੰਗੀਕਾਰ ਕੀਤਾ, ਸਫਲ ਹੋਣ ਤੇ ਵੀ ਘਮੰਡ ਨਹੀਂ ਕੀਤਾ। ਪਰਮੇਸ਼ਵਰ ਦੇ ਕੋਲ ਆ ਕੇ ਉਹਦੀ ਹਜ਼ੂਰੀ ਤੋਂ ਵੀ ਦੂਰ ਨਹੀਂ ਹੋਇਆ। ਉਹਦੇ ਨਾਲ ਜਿੰਨੇ ਵੀ ਸੀ ਉਹਨਾਂ ਨੂੰ ਉਤਸ਼ਾਹਿਤ ਕੀਤਾ, ਪਰ ਕਿਸੇ ਨਾਲ ਉਸਨੇ ਜ਼ਬਰਦਸਤੀ ਨਹੀਂ ਕੀਤੀ। ਜਿੰਨੇ ਵੀ ਲੋਕ ਅਹੁਦੇ ਤੇ ਹੁੰਦੇ ਹੈ, ਆਮ ਤੌਰ ਤੇ ਪਰਮੇਸ਼ਵਰ ਤੋਂ ਉਹ ਦੂਰ ਹੁੰਦੇ ਹਨ, ਪਰ ਉਹ ਇਸ ਤਰ੍ਹਾਂ ਦਾ ਨਹੀਂ ਬਣਿਆ। ਪ੍ਰਭੂ ਦੀ ਹਜ਼ੂਰੀ 'ਚ ਲੋਕਾਂ ਨੂੰ ਲੈ ਆਇਆ। ਇੰਨਾ ਹੀ ਨਹੀਂ, ਆਪਣੀ ਯੋਗਤਾ ਅਨੁਸਾਰ ਜੋ ਪਰਮੇਸ਼ਵਰ ਨੂੰ ਦੇਣਾ ਸੀ ਉਹ ਦਿੱਤਾ। ਇਹ ਸਭ ਕੁਝ ਵੇਖ ਕੇ ਪ੍ਰਭੂ ਬੜੇ ਖੁਸ਼ ਹੋਏ। ਕਿਰਪਾ ਕਰਕੇ ਧਿਆਨ ਦਿਓ, ਤੁਹਾਡੀ ਆਤਮਿਕਤਾ ਤੁਹਾਡੇ ਜੀਵਨ ਦਾ ਕਾਨੂੰਨ ਹੈ। ਤੁਹਾਡੇ ਬੋਲਣ ਦਾ ਤਰੀਕਾ, ਤੁਹਾਡੀਆਂ ਇੱਛਾਵਾਂ, ਤੁਹਾਡਾ ਤਰੀਕਾ ਅਤੇ ਆਦਤਾਂ ਜੇ ਪਰਮੇਸ਼ਵਰ ਨੂੰ ਖੁਸ਼ ਕਰਦੀਆਂ ਹੈ ਤਾਂ ਫਰੈਂਡਸ, ਸਾਨੂੰ ਕੋਈ ਵੀ ਕਮੀ ਨਹੀਂ ਆਵੇਗੀ, ਕੋਈ ਵੀ ਘਟੀ ਨਹੀਂ ਆਵੇਗੀ। ਜੇ ਤੁਹਾਡੇ ਬੱਚੇ ਹੈ ਤਾਂ ਤੁਹਾਨੂੰ ਸਮਝ ਆਏਗੀ, ਕਿਉਂਕਿ ਬੱਚੇ ਤੁਹਾਡੀ ਗੱਲ ਮੰਨਦੇ ਹੈ। ਪੜ੍ਹੋ ਕਹਿੰਦੇ ਪੜ੍ਹਦੇ ਹੈ, ਮਸਤੀ ਨਾ ਕਰੋ ਕਹਿੰਦੇ ਮਸਤੀ ਨਹੀਂ ਕਰਦੇ, ਟਾਈਮ ਤੇ ਘਰੇ ਆਉਣ ਤੇ ਕਹਿੰਦੇ ਹੋ ਤਾਂ ਆਉਂਦੇ ਹੈ, ਟੀਵੀ ਆਫ ਕਰੋ ਤਾਂ ਉਹ ਕਰ ਦਿੰਦੇ ਹੈ, ਫੋਨ ਰੱਖਣ ਲਈ ਕਹੋ ਤਾਂ ਫੋਨ ਰੱਖ ਦਿੰਦੇ ਹੈ। ਉਹਨਾਂ ਨੂੰ ਜੋ ਵੀ ਕਵੇ ਉਹ ਤੁਰੰਤ ਕਰਦੇ ਹਨ। ਉਹਨਾਂ ਬੱਚਿਆਂ ਦੇ ਪਿਤਾ, ਉਹ ਆਪਣੇ ਬੱਚਿਆਂ ਦੇ ਲਈ ਕੁਝ ਵੀ ਕਰਦੇ ਹੈ। ਕਿਉਂ ਕਰਦੇ ਹੈ? ਮੇਰੇ ਬੱਚੇ ਮੇਰੀ ਗੱਲ ਮੰਨਦੇ ਹੈ, ਇਸ ਲਈ ਮੈਂ ਇਹਨਾਂ ਲਈ ਕੁਝ ਵੀ ਕਰਨ ਨੂੰ ਤਿਆਰ ਹਾਂ। ਕਿਰਪਾ ਕਰਕੇ ਧਿਆਨ ਦਿਓ, ਮੇਰੇ ਘਰ ਇੱਕ ਛੋਟੀ ਕੁੱਤੀ ਹੈ ਜਿਹਦਾ ਨਾਮ ਮੈਂ ਯਾਨੇ ਸ਼ੈਂਗੀ ਰੱਖਿਆ ਹੈ, ਕਿਉਂਕਿ ਉਹ ਚਾਈਨੀਜ਼ ਬਰੀਡ ਦੀ ਹੈ। ਉਹ ਤਾਂ ਮੈਂ ਘਰ 'ਚ ਚਾਹੇ ਕਿਤੇ ਵੀ ਰਵਾਂ, ਮੈਂ ਚੁਟਕੀ ਬਜਾਵਾਂ ਜਾਂ ਜੇ ਮੈਂ ਕੋਈ ਆਵਾਜ਼ ਕਰਾਂ ਤਾਂ ਉਹ ਤੁਰੰਤ ਆ ਜਾਂਦੀ ਆ। ਬੈਠ ਕਹਿਣ ਤੇ ਨਹੀਂ ਬਹਿੰਦੀ, ਮੇਰੇ ਨਾਲ ਹੀ ਬਹਿਣ ਦੀ ਇੱਛਾ ਰੱਖਦੀ ਹੈ। ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਜੇ ਉਹ ਸਾਫ਼ ਨਹੀਂ ਹੈ, ਬਦਬੂ ਆ ਰਹੀ ਹੈ ਅਤੇ ਅਗਰ ਮੈਨੂੰ ਕੋਈ ਤਕਲੀਫ ਹੋ ਰਹੀ ਹੈ ਤਾਂ ਉਸ ਨੂੰ ਗੋ ਕਵਾਂ ਤਾਂ ਉਸ ਨੂੰ ਪਸੰਦ ਨਹੀਂ। ਉਹ ਬਸ ਵੇਖਦੀ ਰਹਿੰਦੀ ਹੈ। ਚਲੇ ਜਾ, ਫਿਰ ਵੀ ਵੇਖਦੀ ਰਹਿੰਦੀ ਹੈ। ਕਿਉਂ? ਮੇਰੇ ਨਾਲ ਰਹਿਣਾ ਚਾਹੁੰਦੀ ਹੈ, ਉਹ ਜਾਣਾ ਨਹੀਂ ਚਾਹੁੰਦੀ। ਤੂੰ ਜਾ, ਗੋ। ਇਸ ਤਰ੍ਹਾਂ ਕਹਿਣ ਤੇ ਉਹ ਬੜੀ ਮੁਸ਼ਕਿਲ ਨਾਲ ਉੱਠਦੀ ਹੈ। ਹੌਲੀ ਦੇਣੀ ਉੱਠ ਕੇ ਉਹ ਕਮਰੇ ਦੇ ਬਾਹਰ ਜਾ ਕੇ ਬੈਠ ਜਾਂਦੀ ਹੈ।
ਗਲਤੀ ਦੇ ਨਾਲ ਵੀ ਅਗਰ ਉਹ ਯੂਰਿਨ ਪਾਸ ਕਰ ਦਵੇ ਅਤੇ ਮੈਂ ਉਸ ਨੂੰ ਵੇਖ ਲਵਾਂ, ਉਹ ਜੋ ਕਰਦੀ ਵੇਖਣ ਯੋਗ ਹੈ, ਜੇ ਉਹ ਗੰਦਗੀ ਫੈਲਾ ਦੇਵੇ, ਇਸ ਤਰ੍ਹਾਂ ਤੂੰ ਕਿਉਂ ਕੀਤਾ? ਇਹ ਕਹਿਣ ਤੇ ਸਮਝ ਆਂਦੀ ਆ। ਆਪਣੇ ਦੋਨੇ ਪੈਰਾਂ ਨੂੰ ਇਸ ਤਰ੍ਹਾਂ ਦੇ ਨਾਲ ਜੋੜ ਕੇ ਲੱਗਦਾ ਉਹ ਮਾਫੀ ਮੰਗ ਰਹੀ ਆ। ਮੈਂ ਗਲਤੀ ਕਰ ਦਿੱਤੀ, ਮੈਨੂੰ ਕੁਝ ਨਾ ਕਿਓ। ਦੋਨੇ ਪੈਰਾਂ ਤੇ ਉਹ ਖੜੀ ਹੋ ਜਾਂਦੀ ਆ ਅਤੇ ਹੱਥ ਇਸ ਤਰ੍ਹਾਂ ਜੋੜਦੀ ਆ। ਸ਼ਾਲੋਮ ਕਹਿਣਾ ਕਿਸ ਤਰ੍ਹਾਂ ਸਿੱਖਿਆ ਪਤਾ ਨਹੀਂ, ਇਸੇ ਤਰ੍ਹਾਂ ਕਰਦੀ ਹੈ। ਵਿਸ਼ਵਾਸ ਕਰੋ, ਅਗਰ ਮੈਂ ਕਵਾਂ ਠੀਕ ਹੈ, ਜਦ ਤੱਕ ਮੈਂ ਕੁਝ ਨਾ ਕਵਾਂ ਆਪਣੇ ਦੋਨੇ ਪੈਰਾਂ ਤੇ ਇਸ ਤਰ੍ਹਾਂ ਰਹਿੰਦੀ ਹੈ। ਕਿਉਂ? ਮੈਂ ਤੁਹਾਨੂੰ ਦੱਸਦਾ, ਕੱਲ ਦੀ ਗੱਲ ਹੈ। ਇੱਕ ਬ੍ਰਦਰ ਨੂੰ ਮੈਂ ਕਿਹਾ ਇਹਦੇ ਲਈ ਜਾ ਕੇ ਕੁਝ ਖਾਣ ਦੇ ਲਈ ਸਨੈਕਸ ਜਾਂ ਫਿਰ ਕੁਝ ਬਿਸਕਟ ਲੈ ਕੇ ਆਓ, ਇਹਦੇ ਲਈ ਲਿਆਉਣ ਦੇ ਲਈ ਕਿਹਾ। ਇਸ ਤਰ੍ਹਾਂ ਕਿਹਾ। ਇਸ ਤਰ੍ਹਾਂ ਕਿਉਂ ਕਿਹਾ? ਕਿਉਂਕਿ ਆਗਿਆ ਮੰਨਣ ਵਾਲੀ ਕੁੱਤੀ ਹੈ। ਇਹਦੇ ਸਾਹਮਣੇ ਇਹਦਾ ਭੋਜਨ ਰੱਖਣ ਤੋਂ ਬਾਅਦ ਵੀ ਕੁਝ ਬਿਸਕਿਟਸ ਹੋਵੇ, ਇਹਦੇ ਲਈ ਸਨੈਕਸ ਲੈ ਕੇ ਆਓ ਜਾਂ ਕੁਝ ਹੋਰ ਲੈ ਕੇ ਆਓ, ਇਹ ਕਹਿਣ ਦਾ ਕਾਰਨ ਕੀ ਆ? ਉਹ ਮੇਰਾ ਹੁਕਮ ਮੰਨਦੀ ਆ। ਮੈਂ ਇਸ ਲਈ ਇਹ ਦੱਸ ਰਿਹਾ, ਅਗਰ ਡੌਗ ਸਾਡੀ ਆਗਿਆ ਮੰਨਦਾ ਹੈ ਤਾਂ ਅਸੀਂ ਉਹਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦੇ ਹੈ ਨਾ। ਅਗਰ ਅਸੀਂ ਪਰਮੇਸ਼ਵਰ ਦੀ ਆਗਿਆ ਮੰਨਦੇ ਹਾਂ ਤਾਂ ਬਿਨਾਂ ਮੰਗੇ ਹੀ ਉਹ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਵਿੱਚ ਉਹ ਸਾਮਰਥੀ ਪ੍ਰਭੂ ਹੈ। ਇਹੀ ਤਾਂ ਹੋਇਆ ਇਸ ਜਗ੍ਹਾ ਤੇ ਸੁਲੇਮਾਨ ਦੇ ਜੀਵਨ ਵਿੱਚ। ਸੁਲੇਮਾਨ, ਤੈਨੂੰ ਕੀ ਚਾਹੀਦਾ? ਅਤੇ ਸੁਲੇਮਾਨ, ਭਾਈ ਤੈਨੂੰ ਕੁਝ ਚਾਹੀਦਾ ਹੈ? ਕੋਲਡ ਡਰਿੰਕ? ਇਸ ਤਰ੍ਹਾਂ ਨਹੀਂ ਸੀ। ਕੀ ਕਿਹਾ ਉਸਨੇ ਪਤਾ ਹੈ? ਪ੍ਰਭੂ ਜੀ, ਮੈਨੂੰ ਗਿਆਨ ਹੀ ਦਿਓ, ਕਿਉਂਕਿ ਗਿਆਨ ਹੀ ਕਾਫੀ ਹੈ। ਫਿਰ ਪਰਮੇਸ਼ਵਰ ਨੇ ਇੱਕ ਚੰਗੀ ਗੱਲ ਕਹੀ। ਇਸ ਵਚਨ ਨੂੰ ਜਲਦੀ ਖਤਮ ਕਰਾਂਗੇ। ਵਚਨ 12 ਦੇ ਵਿੱਚ ਲਿਖਿਆ ਹੈ ਕਿ ਇਸ ਕਾਰਨ ਤੈਨੂੰ ਗਿਆਨ ਤੇ ਬੁੱਧੀ ਦਿੱਤਾ ਜਾਂਦਾ ਹੈ, ਤੂੰ ਮੰਗਿਆ ਇਸ ਲਈ ਦਿੱਤਾ ਜਾਵੇਗਾ। ਜਿੰਨਾ ਅੱਜ ਤੋਂ ਪਹਿਲਾਂ ਨਾ ਤਾਂ ਕਿਸੇ ਰਾਜੇ ਦੇ ਕੋਲ ਸੀ ਅਤੇ ਨਾ ਤੇਰੇ ਬਾਅਦ, ਯਾਨੀ ਤੇਰੇ ਬਾਅਦ ਕਿਸੇ ਵੀ ਰਾਜੇ ਨੂੰ ਨਹੀਂ ਮਿਲੇਗਾ, ਅਤੇ ਨਾ ਹੀ ਤੇਰੇ ਬਾਅਦ ਕੋਈ ਐਸਾ ਹੋਵੇਗਾ ਜਿਹਦੇ ਕੋਲ ਐਸੀ ਧਨ ਸੰਪત્ਤੀ ਨਾ ਹੋਵੇਗੀ। ਇਸ ਤਰ੍ਹਾਂ ਉਸਨੇ ਉਸਨੂੰ ਕਿਹਾ, ਆਈ ਵਿਲ ਗਿਵ ਯੂ ਐਵਰੀਥਿੰਗ। ਕੇਵਲ ਬੁੱਧ ਹੀ ਨਹੀਂ ਦਵਾਂਗਾ। ਤੂੰ ਨਹੀਂ ਮੰਗਿਆ, ਫਿਰ ਵੀ ਮੈਂ ਤੈਨੂੰ ਆਦਰ ਦਿਆਂਗਾ, ਮੈਂ ਤੈਨੂੰ ਧਨ ਦੌਲਤ ਦਿਆਂਗਾ, ਤੈਨੂੰ ਐਸ਼ਵ ਆਰਾਮ ਦਿਆਂਗਾ। ਸਾਡਾ ਪਰਮੇਸ਼ਵਰ ਐਸਾ ਹੈ। ਪਿਤਾ ਨੂੰ ਆਪਣੀ ਸੰਤਾਨ ਬੜੀ ਪਿਆਰੀ ਹੁੰਦੀ ਹੈ। ਅਚਾਨਕ ਲੜਾਈ ਦੀ ਖਬਰ ਆਈ, ਯਾਨੀ ਇਹ ਪਿਤਾ ਅਤੇ ਇਹਦਾ ਪੁੱਤਰ, ਇਹ ਦੋਨੇ ਪੂਰੀ ਦੁਨੀਆ 'ਚ ਗਏ। ਉੱਥੇ ਜਾ ਕੇ ਜਿੰਨੇ ਵੀ ਪ੍ਰਚਾਰ ਦੇ ਚਿੱਤਰ ਹੈ, ਚੰਗੀਆਂ ਤਸਵੀਰਾਂ ਨੂੰ ਖਰੀਦਣਾ, ਉਹਨਾਂ ਨੂੰ ਘਰੇ ਲਿਆ ਕੇ ਸਜਾ ਕੇ ਰੱਖਣਾ, ਇਹ ਉਹਨਾਂ ਦੀ ਆਦਤ ਸੀ। ਇਹ ਸਭ ਤੋਂ ਮਹਿੰਗੀਆਂ ਤਸਵੀਰਾਂ ਸੀ। ਇਸ ਤਰ੍ਹਾਂ ਪਿਤਾ ਅਤੇ ਪੁੱਤਰ ਨੇ ਬਹੁਤ ਸਾਰੀਆਂ ਮਹਿੰਗੀਆਂ ਤਸਵੀਰਾਂ ਨੂੰ ਖਰੀਦਿਆ ਅਤੇ ਆਪਣਾ ਸਾਰਾ ਘਰ ਭਰ ਲਿਆ। ਅਚਾਨਕ ਦੇਸ਼ਾਂ 'ਚ ਲੜਾਈ ਦੀ ਖਬਰ ਆਈ ਅਤੇ ਸਰਕਾਰ ਨੇ ਆਦੇਸ਼ ਦਿੱਤਾ ਕਿ ਹਰ ਪਰਿਵਾਰ ਦੇ ਮੈਂਬਰ 'ਚੋਂ ਇੱਕ ਜਣਾ ਜਾਏਗਾ। ਆਪਣੇ ਦੇਸ਼ ਨੂੰ ਬਚਾਉਣ ਦੇ ਲਈ ਉਹ ਬੇਟਾ ਯੁੱਧ ਦੇ ਵਿੱਚ ਚਲਾ ਗਿਆ। ਉਸ ਪਿਤਾ ਨੇ ਆਪਣੇ ਪੁੱਤਰ ਦਾ ਕਾਫੀ ਦਿਨਾਂ ਤੱਕ ਇੰਤਜ਼ਾਰ ਕੀਤਾ। ਮੇਰਾ ਪੁੱਤਰ ਸਹੀ ਸਲਾਮਤ ਵਾਪਸ ਆਏਗਾ ਅਤੇ ਉਹ ਸਹੀ ਸਲਾਮਤ ਆਉਣਾ ਚਾਹੀਦਾ। ਇਸ ਤਰ੍ਹਾਂ ਉਹ ਸੋਚਦਾ ਰਹਿੰਦਾ ਸੀ ਅਤੇ ਇੱਕ ਦਿਨ ਰਾਣੀ ਆਈ। ਜਦੋਂ ਦਰਵਾਜ਼ੇ ਦੇ ਖੜਕਣ ਦੀ ਆਵਾਜ਼ ਸੁਣੀ ਤਾਂ ਦੌੜ ਕੇ ਗਿਆ ਅਤੇ ਉਸਨੇ ਸੋਚਿਆ ਮੇਰਾ ਪੁੱਤਰ ਆਇਆ ਹੋਵੇਗਾ, ਪਰ ਪੁੱਤਰ ਨਹੀਂ ਆਇਆ ਸੀ। ਸਾਹਮਣੇ ਇੱਕ ਆਦਮੀ ਖੜਾ ਸੀ ਅਤੇ ਉਹਦੇ ਹੱਥ ਦੇ ਵਿੱਚ ਇੱਕ ਬਹੁਤ ਵੱਡਾ ਚਾਰਟ ਸੀ। ਉਸਨੇ ਇਹ ਚਾਰਟ ਦਿੱਤਾ। ਇਹ ਉਹਦੇ ਪੁੱਤਰ ਦੀ ਇੱਕ ਤਸਵੀਰ ਸੀ। ਉਸ ਨੂੰ ਇਹ ਤਸਵੀਰ ਦਿਖਾ ਕੇ ਪੁੱਛਿਆ, ਸਾਹਿਬ, ਕੀ ਇਹ ਬੇਟਾ ਤੁਹਾਡਾ ਹੈ? ਇਸ ਤਰ੍ਹਾਂ ਪੁੱਛਿਆ ਤਾਂ ਹਾਂ, ਬੇਟਾ ਹੈ। ਹਾਂ, ਮੇਰਾ ਹੀ ਬੇਟਾ ਹੈ। ਮੇਰੇ ਬੇਟੇ ਦਾ ਚਿੱਤਰ ਕਿਹਨੇ ਬਣਾਇਆ ਹੈ? ਮੈਂ ਹੀ ਬਣਾਇਆ ਹੈ। ਤੂੰ ਕਿਉਂ ਬਣਾਇਆ ਹੈ? ਉਹਦੀ ਯਾਦ 'ਚ ਮੈਂ ਬਣਾਇਆ ਹੈ। ਇਹ ਕੀ ਕਹਿ ਰਿਹਾ? ਇਹ ਬਹੁਤ ਚੰਗਾ ਲੜਕਾ ਹੈ, ਮੇਰਾ ਬਹੁਤ ਚੰਗਾ ਮਿੱਤਰ ਹੈ। ਜਦੋਂ ਲੜਾਈ ਵਿੱਚ ਅਸੀਂ ਦੋਨੇ ਲੜ ਰਹੇ ਸੀ, ਤਦ ਮੇਰੇ ਉੱਪਰ ਦੁਸ਼ਮਣ ਦੇ ਵੱਲੋਂ ਜੋ ਵੀ ਵਾਰ ਆ ਰਿਹਾ ਸੀ, ਉਸਨੇ ਮੈਨੂੰ ਬਚਾਉਣ ਦੇ ਲਈ ਮੈਨੂੰ ਧੱਕਾ ਮਾਰ ਦਿੱਤਾ। ਮੈਨੂੰ ਬਚਾਉਣ ਦੇ ਚੱਕਰ ਦੇ ਵਿੱਚ ਤੁਹਾਡੇ ਪੁੱਤਰ ਨੇ ਆਪਣੀ ਜਾਨ ਗਵਾ ਦਿੱਤੀ। ਉਸਨੇ ਮਰ ਕੇ ਮੇਰੀ ਜਾਨ ਬਚਾਈ। ਤੁਹਾਡੇ ਬੇਟੇ ਦੀ ਯਾਦਗਾਰੀ ਲਈ ਅਤੇ ਤੁਹਾਡੇ ਬੇਟੇ ਨੂੰ ਯਾਦ ਕਰਨ ਦੇ ਲਈ ਮੈਂ ਤੁਹਾਡੇ ਬੇਟੇ ਦੀ ਤਸਵੀਰ ਨੂੰ ਬਣਾਇਆ ਹੈ। ਉਹਦੀ ਯਾਦਗਾਰੀ ਬਣਾਏ ਰੱਖਣ ਦੇ ਲਈ। ਸਾਹਿਬ, ਤੁਹਾਡਾ ਪੁੱਤਰ ਬਹੁਤ ਹੀ ਚੰਗਾ ਸੀ। ਉਹ ਤਾਂ ਕੇਵਲ ਦੇਸ਼ ਦੇ ਲਈ ਹੀ ਨਹੀਂ, ਉਸਨੇ ਆਪਣੇ ਦੋਸਤ ਦੇ ਲਈ ਵੀ ਜਾਨ ਦਿੱਤੀ। ਉਹ ਮਰ ਗਿਆ, ਇਸੇ ਲਈ ਮੈਂ ਜ਼ਿੰਦਾ ਹਾਂ। ਉਹਦੀ ਯਾਦਗਾਰੀ ਲਈ ਮੈਂ ਉਹਦੀ ਫੋਟੋ ਤੁਹਾਨੂੰ ਬਣਾ ਕੇ ਦਿੱਤੀ ਹੈ। ਪਿਤਾ ਉਸ ਲੜਕੇ ਨੂੰ ਵੇਖਦਾ ਰਿਹਾ
ਅਤੇ ਉਸ ਦੇ ਬਣਾਏ ਗਏ ਉਸ ਚਿੱਤਰ ਨੂੰ ਵੇਖਦੇ ਪਿਤਾ ਮਰ ਗਿਆ। ਉਸ ਤੋਂ ਬਾਅਦ ਚਾਹੇ ਉਹ ਜਿਹੜੇ ਬੰਗਲੇ 'ਚ ਰਹਿੰਦਾ ਸੀ, ਉਸ ਬੰਗਲੇ 'ਚ ਕਿੰਨੀਆਂ ਵੀ ਕੀਮਤੀ ਚੀਜ਼ਾਂ ਹੋਵੇ, ਚਾਹੇ ਕੀਮਤੀ ਪੇਂਟਿੰਗਸ ਹੋਵੇ, ਉੱਥੇ ਦੇ ਰਹਿਣ ਵਾਲੇ ਨੇ ਕੀ ਕੀਤਾ ਪਤਾ ਹੈ? ਉਹਦੀ ਬੋਲੀ ਲਾ ਦਿੱਤੀ। ਜਦੋਂ ਬੋਲੀ ਲਗਾਈ ਗਈ ਤਾਂ ਉਸ ਜਗ੍ਹਾ ਦੇ ਅਧਿਕਾਰੀ ਅਤੇ ਲਾਇਰਸ ਲੋਕ ਉਸ ਜਗ੍ਹਾ ਤੇ ਆਏ। ਜਿਹੜੇ ਬੋਲੀ ਲਾ ਰਹੇ ਸੀ ਤਾਂ ਉਹਨਾਂ ਵਿੱਚੋਂ ਇੱਕ ਨੇ ਕਿਹਾ, ਸਭ ਤੋਂ ਪਹਿਲੀ ਬੋਲੀ ਇਸ ਬੇਟੇ ਦੇ ਚਿੱਤਰ ਦੀ ਸਭ ਤੋਂ ਪਹਿਲਾਂ ਬੋਲੀ ਲਾਈ ਜਾਵੇਗੀ। ਜਿਹੜਾ ਪਹਿਲਾ ਕੀਮਤ ਲਾਏਗਾ ਉਸ ਨੂੰ ਮਿਲੇਗੀ। ਪਰ ਕੋਈ ਕੁਝ ਨਹੀਂ ਬੋਲਿਆ। ਉਹਦੇ ਬੇਟੇ ਦੀ ਤਸਵੀਰ ਮੈਂ ਕੀ ਕਰਨੀ? ਉਸ ਤੋਂ ਵੀ ਮਹਿੰਗੀਆਂ ਤਸਵੀਰਾਂ ਇਸ ਜਗ੍ਹਾ ਤੇ ਹੈ। ਇੱਥੇ ਤਾਂ ਲੱਖਾਂ ਅਤੇ ਕਰੋੜਾਂ ਰੁਪਏ ਦੀਆਂ ਤਸਵੀਰਾਂ ਹੈ। ਵੱਡੀ ਬਿਲਡਿੰਗ ਹੈ, ਅਸੀਂ ਇਹ ਖਰੀਦਾਂਗੇ। ਇਹਦੇ ਬੇਟੇ ਦੀ ਤਸਵੀਰ ਅਸੀਂ ਕਿਉਂ ਲਈਏ? ਕਿਸੇ ਨੇ ਬੋਲੀ ਨਹੀਂ ਲਾਈ। ਪਰ ਉਸ ਵਕਤ ਜਿਹੜੇ ਅਧਿਕਾਰੀ ਉੱਥੇ ਸੀ ਉਹਨਾਂ ਨੇ ਆਖਿਆ, ਜੇ ਤੁਸੀਂ ਇਹ ਬਿਲਡਿੰਗ ਖਰੀਦਣੀ ਹੈ ਜਾਂ ਫਿਰ ਇਸ ਬਿਲਡਿੰਗ ਦੇ ਵਿੱਚ ਜੋ ਵੀ ਕੀਮਤੀ ਤਸਵੀਰਾਂ ਹੈ ਤੁਸੀਂ ਖਰੀਦਣੀਆਂ ਹੈ, ਇਹਦੇ ਲਈ ਜਿਹੜਾ ਨਿਯਮ ਬਣਾਇਆ ਹੈ ਉਹ ਸਭ ਤੋਂ ਪਹਿਲਾਂ ਉਸ ਬੇਟੇ ਦੀ ਤਸਵੀਰ ਦੀ ਸਭ ਤੋਂ ਪਹਿਲਾਂ ਅਸੀਂ ਬੋਲੀ ਲਾਈ ਹੈ। ਤੁਸੀਂ ਇਹਦੀ ਬੋਲੀ ਲਾ ਸਕਦੇ ਹੋ? ਕੋਈ ਨਹੀਂ ਬੋਲਿਆ। 100 ਰੁਪਏ। ਕਿਸੇ ਨੇ ਕੁਝ ਵੀ ਨਹੀਂ ਕਿਹਾ। ਦੂਸਰੀ ਬੋਲੀ ਵੀ 100 ਰੁਪਏ ਸੀ, ਪਰ ਕੋਈ ਵੀ ਨਹੀਂ ਬੋਲ ਪਾਇਆ। ਇਸ ਦੌਰਾਨ ਉਸ ਘਰ ਦੇ ਵਿੱਚ ਜਿਹੜੀ ਕੰਮ ਕਰਨ ਵਾਲੀ ਨੌਕਰਾਣੀ ਸੀ, ਉਸਨੇ ਵੇਖਿਆ ਕਿ ਇਸ ਮਕਾਨ ਦਾ ਮਾਲਿਕ ਆਪਣੇ ਪੁੱਤਰ ਨਾਲ ਬੜਾ ਪਿਆਰ ਕਰਦਾ ਸੀ, ਜਾਨ ਤੋਂ ਵੀ ਜ਼ਿਆਦਾ, ਅਤੇ ਉਸ ਬੇਟੇ ਦੀ ਕੋਈ ਤਸਵੀਰ ਨਹੀਂ ਖਰੀਦ ਰਿਹਾ। ਉਸ ਬੇਟੇ ਦੀ ਧਨ ਦੌਲਤ ਸਾਰੀ ਚਾਹੀਦੀ ਹੈ। ਇਹ ਕੈਸੇ ਇਨਸਾਨ ਹੈ? ਇਸ ਤਰ੍ਹਾਂ ਕਹਿ ਕੇ ਉਹ ਛੋਟੀ ਬੇਟੀ ਚੱਲਦੇ ਹੋਏ ਆ ਕੇ ਕਹਿੰਦੀ, ਸਰ 100 ਰੁਪਏ ਦੇ ਵਿੱਚ ਉਹਨਾਂ ਦੇ ਬੇਟੇ ਦੀ ਤਸਵੀਰ ਮੈਨੂੰ ਦਓਗੇ? ਮੇਰਾ ਮਾਲਿਕ ਆਪਣੇ ਇਸ ਪੁੱਤਰ ਨੂੰ ਬਹੁਤ ਹੀ ਪਿਆਰ ਕਰਦਾ ਸੀ, ਉਹਦੀ ਮੈਨੂੰ ਤਸਵੀਰ ਬਸ ਦੇ ਦਿਓ, ਇਹ ਕਾਫੀ ਹੈ। ਇਸ ਤਰ੍ਹਾਂ ਕਹਿ ਕੇ ਉਸ ਲੜਕੀ ਕੋ 100 ਰੁਪਇਆ ਲੈ ਕੇ ਉਹਦੇ ਮਾਲਕ ਦੇ ਬੇਟੇ ਦੀ ਤਸਵੀਰ ਉਸ ਨੂੰ ਉਹਨਾਂ ਨੇ ਦੇ ਦਿੱਤੀ। ਹੁਣ ਤਾਂ ਗੱਲ ਹੀ ਖਤਮ ਹੋ ਗਈ। ਇੱਥੇ ਜਿੰਨੀਆਂ ਵੀ ਤਸਵੀਰਾਂ ਹੈ ਸਭ ਦੀ ਬੋਲੀ ਅਸੀਂ ਲਾ ਸਕਦੇ ਹਾਂ ਅਤੇ ਕਿਹਾ ਇਸ ਬਿਲਡਿੰਗ ਨੂੰ ਵੀ ਅਸੀਂ ਹੁਣ ਖਰੀਦ ਸਕਦੇ ਹਾਂ। ਸਾਰੇ ਲੋਕ ਬੜੀ ਹੀ ਕਾਹਲੀ ਕਰ ਰਹੇ ਸੀ। ਫਿਰ ਅਧਿਕਾਰੀ ਨੇ ਕਿਹਾ, ਇਸੇ ਦੇ ਨਾਲ ਇਸ ਬਾਰੇ ਜਿੰਨੀਆਂ ਵੀ ਬੋਲੀਆਂ ਹੈ ਉਹ ਸਭ ਖਤਮ ਹੁੰਦੀਆਂ ਹੈ। ਬੋਲੀ ਖਤਮ ਹੋ ਗਈ, ਇਹ ਕੀ ਕਹਿ ਰਹੇ ਹੋ? ਤੁਸੀਂ ਤਾਂ ਸਭ ਤੋਂ ਪਹਿਲਾਂ ਉਹਦੇ ਬੇਟੇ ਦੀ ਫੋਟੋ ਦੀ ਬੋਲੀ ਕੀਤੀ। ਇਸ ਬਿਲਡਿੰਗ ਦੇ ਵਿੱਚ ਹਜ਼ਾਰਾਂ ਤਸਵੀਰਾਂ ਹੈ ਜਿਨ੍ਹਾਂ ਨੂੰ ਖਰੀਦਣ ਲਈ ਆਏ ਹਾਂ। ਅਧਿਕਾਰੀ ਨੇ ਉਸ ਨੂੰ ਕਿਹਾ। ਉਸ ਮਾਲਕ ਨੇ ਮਰਨ ਤੋਂ ਪਹਿਲਾਂ ਆਪਣੇ ਘਰ 'ਚ ਇੱਕ ਵਸੀਅਤ ਲਿਖੀ ਸੀ। ਜਾਣਦੇ ਹੋ ਕੀ ਲਿਖਿਆ? ਜੋ ਕੋਈ ਮੇਰੇ ਇਸ ਪੁੱਤਰ ਨੂੰ ਚਾਹੁੰਦਾ ਹੈ, ਉਸ ਇਨਸਾਨ ਨੂੰ ਮੈਂ ਆਪਣੀ ਸਾਰੀ ਧਨ ਦੌਲਤ ਦਿਆਂਗਾ। ਮੈਂ ਸਾਰੀ ਸੰਪત્ਤੀ ਉਹਨਾਂ ਨੂੰ ਮੁਫਤ ਦਵਾਂਗਾ। ਇਸ ਤਰ੍ਹਾਂ ਕਹਿ ਕੇ ਘਰ ਦਾ ਜਿਹੜਾ ਮਾਲਕ ਸੀ ਵਸੀਅਤ ਲਿਖ ਕੇ ਗਿਆ ਸੀ। ਘਰ 'ਚ ਜਿੰਨੀਆਂ ਵੀ ਮਹਿੰਗੀਆਂ ਤਸਵੀਰਾਂ ਹੈ, ਘਰ 'ਚ ਜੋ ਕੁਝ ਵੀ ਹੈ, ਘਰ 'ਚ ਜੋ ਕੁਝ ਚੀਜ਼ਾਂ ਹੈ, ਉਹ ਤਾਂ ਇਸ ਲੜਕੀ ਨੂੰ ਹੀ ਮਿਲੇਗੀਆਂ। ਫਿਰ ਸਾਰੇ ਲੋਕ ਕਹਿਣ ਲੱਗੇ, ਭਾਈ ਅਸੀਂ ਇਹ ਕੀ ਕਰ ਬੈਠੇ ਹਾਂ? ਫਿਰ ਉਹ ਛੋਟੀ ਲੜਕੀ ਜਿਹੜੀ ਕੰਮ ਕਰਦੀ ਸੀ, ਨੌਕਰਾਨੀ ਹੈਰਾਨ ਹੋ ਗਈ। ਉਹਦੇ ਬੇਟੇ ਦਾ ਮੈਂ ਅੰਗੀਕਾਰ ਕੀਤਾ ਅਤੇ ਉਹਦੇ 'ਚ ਹੀ ਮੈਨੂੰ ਸਭ ਕੁਝ ਮਿਲ ਗਿਆ ਹੈ। ਸਭ ਮਿਲ ਗਿਆ। ਮੇਰੇ ਪਿਆਰੇ ਭਰਾਵੋ ਅਤੇ ਮੇਰੀ ਭੈਣੋ, ਬਾਈਬਲ ਦੱਸਦੀ ਹੈ ਯਿਸੂ ਮਸੀਹ ਤਾਂ ਪਰਮੇਸ਼ਵਰ ਦੇ ਗਿਆਨ ਦੇ ਨਾਲ ਭਰਿਆ ਹੋਇਆ ਹੈ। ਉਸ ਦਿਨ ਸੁਲੇਮਾਨ ਨੇ ਕੀ ਚਾਹਿਆ? ਉਸਨੇ ਪਰਮੇਸ਼ਵਰ ਦੇ ਗਿਆਨ ਦੇ ਨਾਲ ਪਰਮੇਸ਼ਵਰ ਨੂੰ ਮੰਗਿਆ। ਉਸ ਦੇ ਬਦਲੇ ਉਸ ਨੂੰ ਸਭ ਕੁਝ ਮਿਲ ਗਿਆ। ਅੱਜ ਜਿਹੜਾ ਗਿਆਨ ਨਾਲ ਭਰਿਆ ਹੈ ਉਹ ਯਿਸੂ ਮਸੀਹ। ਤੁਸੀਂ ਇੱਥੇ ਵੇਖੋ, ਉਹ ਯਿਸੂ ਮਸੀਹ ਨੂੰ ਆਪਣੇ ਜੀਵਨ 'ਚ ਆਉਣ ਦੀ ਆਗਿਆ ਤੁਸੀਂ ਦਿੱਤੀ ਹੈ। ਉਸ ਦੇ ਨਾਲ ਉਸਨੇ ਮਹਾਨ ਕੰਮ ਕੀਤਾ ਹੈ। ਉਸਨੇ ਆਪਣੇ ਪੁੱਤਰ ਨੂੰ ਹੀ ਤੁਹਾਡੇ ਲਈ ਅਤੇ ਮੇਰੇ ਲਈ ਮਰਨ ਦੇ ਲਈ ਦਿੱਤਾ, ਤਿਆਗ ਕਰ ਦਿੱਤਾ। ਪਰਮੇਸ਼ਵਰ ਨੇ ਉਸ ਦੇ ਨਾਲ ਹੋਰ ਜ਼ਿਆਦਾ, ਯਾਨੀ ਕਿ ਉਹ ਪੂਰਾ ਅਨੁਗ੍ਰਹ ਕਿਉਂ ਨਹੀਂ ਕਰਨਗੇ? ਇਸ ਲਈ ਜੋ ਕੁਝ ਵੀ ਚਾਹੀਦਾ ਉਹ ਸਭ ਕੁਝ ਆਪਣੇ ਪੁੱਤਰ ਦੇ ਵਿੱਚ ਲੁਕਾ ਕੇ ਰੱਖਿਆ ਹੈ। ਉਹਦੇ ਪੁੱਤਰ ਨੂੰ ਸਵੀਕਾਰ ਕਰੋਗੇ ਤਾਂ ਸਾਰੀਆਂ ਜ਼ਰੂਰਤਾਂ ਨੂੰ ਪਰਮੇਸ਼ਵਰ ਪੂਰਾ ਕਰਨਗੇ। ਜੇਕਰ ਤੁਸੀਂ ਪੁੱਤਰ ਦਾ ਇਨਕਾਰ ਕਰੋਗੇ ਤਾਂ ਉਸ ਦੇ ਪਿਤਾ ਨੂੰ ਤੁਸੀਂ ਗੁੱਸਾ ਦਿਲਾਓਗੇ। ਕਈ ਸਾਲਾਂ ਤੋਂ ਤੁਹਾਡੇ ਜੀਵਨ ਦੇ ਵਿੱਚ ਤਾਂ ਇਹੀ ਸਭ ਹੋ ਰਿਹਾ ਹੈ ਨਾ। ਅਸ਼ਾਂਤੀ ਅਤੇ ਬੇਚੈਨੀ ਤੁਹਾਡੇ ਜੀਵਨ ਦੇ ਵਿੱਚ ਹੈ ਨਾ। ਕੁਝ ਸਮਝ ਨਹੀਂ ਆ ਰਿਹਾ ਹੈ, ਨੀਂਦ ਨਹੀਂ ਆ ਰਹੀ, ਇਸ ਲਈ ਤੁਸੀਂ ਪਰੇਸ਼ਾਨ ਹੋ ਗਏ। ਨਿਰਾਸ਼ਾ ਤੇ ਪਰੇਸ਼ਾਨੀ ਦੇ ਵਿੱਚ ਪਈ ਹੈ ਭੈਣ। ਕਦੋਂ ਤੱਕ ਇਸ ਤਰ੍ਹਾਂ ਜੀਓਗੇ? ਪਰਮੇਸ਼ਵਰ ਕਹਿੰਦੇ ਹੈ, ਤੁਹਾਡੇ ਕੋਲ ਜਿੰਨੇ ਵੀ ਸਵਾਲ ਹੈ ਉਸ ਦੇ ਜਵਾਬ ਤਾਂ ਯਿਸੂ ਮਸੀਹ ਹੈ। ਜਿਹੜਾ ਵੀ ਉਹਦਾ ਅੰਗੀਕਾਰ ਕਰੇਗਾ, ਉਹਦੀ ਸਮਸਤ ਯਾਨੀ ਹਰ ਇੱਕ ਜ਼ਰੂਰਤ ਨੂੰ ਪੂਰੀ ਕਰਨ ਦੇ ਲਈ ਉਹ ਤੁਹਾਡੇ ਉੱਤੇ ਦਇਆ ਕਰੇਗਾ। ਪਿਤਾ ਨੇ ਇਹ ਵਸੀਅਤ ਲਿਖੀ ਹੈ, ਮੇਰੇ ਪੁੱਤਰ ਨੂੰ ਜੋ ਵੀ ਚਾਹੇਗਾ ਉਸ ਨੂੰ ਸਾਰਾ ਧਨ ਮਿਲੇਗਾ।
ਸਵਰਗੀ ਪਿਤਾ ਨੇ ਬਸ ਇਹੀ ਤਾਂ ਕਿਹਾ ਹੈ ਕਿ ਜੋ ਕੋਈ ਵੀ ਪੁੱਤਰ ਦਾ ਅੰਗੀਕਾਰ ਕਰ ਰਿਹਾ ਹੈ, ਉਹਨਾਂ ਸਭ ਨੂੰ ਪਰਮੇਸ਼ਵਰ ਦੀ ਸੰਤਾਨ ਹੋਣ ਦਾ ਅਧਿਕਾਰ, ਉਹਦਾ ਅਧਿਕਾਰ ਸਭ ਨੂੰ ਦੇ ਦਿੱਤਾ ਹੈ। ਪਤਾ ਇਹਦਾ ਮਤਲਬ ਕੀ ਹੈ? ਜੇ ਤੁਸੀਂ ਪ੍ਰਭੂ ਯੀਸ਼ੂ ਦਾ ਅੰਗੀਕਾਰ ਕੀਤਾ ਹੈ ਤਾਂ ਤੁਸੀਂ ਉਸ ਦੇ ਬੇਟੇ ਹੋ, ਬੇਟੀ ਹੋ। ਅਤੇ ਜੇ ਤੁਸੀਂ ਪਰਮੇਸ਼ਵਰ ਦੇ ਬੇਟੇ ਤੇ ਬੇਟੀਆਂ ਹੋ ਅਤੇ ਜੋ ਕੁਝ ਪਰਮੇਸ਼ਵਰ ਦਾ ਹੈ ਉਹ ਸਾਰੀਆਂ ਆਸ਼ੀਸ਼ਾਂ ਦੇ ਵਾਰਿਸ ਵੀ ਹੋ, ਅਧਿਕਾਰੀ ਵੀ ਹੋ। ਉਸ ਦਿਨ ਸੁਲੇਮਾਨ ਨੇ ਇਹਦਾ ਮਤਲਬ ਸਮਝ ਲਿਆ। ਉਸਨੇ ਕੀ ਕੀਤਾ? ਧਨ ਤੋਂ ਜ਼ਿਆਦਾ, ਸੰਪਤੀ ਤੋਂ ਜ਼ਿਆਦਾ ਤੇ ਸਾਰੀਆਂ ਗੱਲਾਂ ਨਾਲੋਂ ਜ਼ਿਆਦਾ ਪਰਮੇਸ਼ਵਰ ਅਤੇ ਉਹਦੇ ਗਿਆਨ ਨੂੰ ਸਮਝਣ ਦੇ ਲਈ ਇਹੀ ਤਾਂ ਆਸ਼ੀਰਵਾਦ ਹੈ। ਇਸ ਇੱਛਾ ਨੂੰ ਸੁਣ ਕੇ ਪਰਮੇਸ਼ਵਰ ਬਹੁਤ ਖੁਸ਼ ਹੋਏ। ਮੈਂ ਕਹਿੰਦਾ ਹਾਂ, ਅਗਰ ਪਰਮੇਸ਼ਵਰ ਇੱਕ ਵਾਰ ਤੁਹਾਡੇ ਕੋਲ ਆਵੇ ਅਤੇ ਇਹ ਪੁੱਛੇ ਕਿ ਤੁਸੀਂ ਸੰਸਾਰ ਦੀਆਂ ਦੂਜੀਆਂ ਚੀਜ਼ਾਂ ਮੰਗੋਗੇ ਜਾਂ ਗਿਆਨ ਨਾਲ ਭਰੇ ਹੋਏ ਪਰਮੇਸ਼ਵਰ ਤੋਂ ਕੀ ਮੰਗੋਗੇ? ਤੁਹਾਡੇ ਪੁੱਤਰ ਦਾ ਸਾਥ ਮੇਰੇ ਨਾਲ ਕਾਫੀ ਹੈ, ਤੁਹਾਡਾ ਪੁੱਤਰ ਮੇਰੇ ਨਾਲ ਰਵੇ ਕਾਫੀ ਹੈ, ਆਪਣਾ ਪੁੱਤਰ ਮੇਰੇ ਲਈ ਦੇ ਤਾਂ ਇਹ ਕਾਫੀ ਹੈ, ਇਹ ਪੁੱਤਰ ਹੀ ਬਹੁਤ ਹੈ। ਅੱਜ ਤੱਕ ਤੁਸੀਂ ਪ੍ਰਭੂ ਯੀਸ਼ੂ ਮਸੀਹ ਨੂੰ ਆਪਣਾ ਪ੍ਰਭੂ ਅਤੇ ਮੁਕਤੀਦਾਤਾ ਬਣਾ ਕੇ ਅਗਰ ਅੰਗੀਕਾਰ ਨਹੀਂ ਕੀਤਾ, ਜੇ ਅਣਦੇਖਾ ਕਰਕੇ ਚੱਲ ਰਹੇ ਹੋ, ਜੇ ਯੀਸ਼ੂ ਮਸੀਹ ਨੇ ਤੁਹਾਡੇ ਜੀਵਨ 'ਚ ਪੈਰ ਨਹੀਂ ਰੱਖਿਆ ਹੈ, ਤਾਂ ਤੁਹਾਡੇ ਜੀਵਨ ਲਈ ਜੋ ਕੁਝ ਵੀ ਰੱਖਿਆ ਹੈ, ਜੋ ਆਸ਼ੀਰਵਾਦ ਹੈ, ਕੁਝ ਵੀ ਨਹੀਂ ਮਿਲ ਸਕੇਗਾ। ਜੇ ਉਹਦਾ ਪੁੱਤਰ ਤੁਹਾਡੇ ਜੀਵਨ ਦੇ ਵਿੱਚ ਹੈ ਤਾਂ ਉਸਨੇ ਜੋ ਵੀ ਆਸ਼ੀਸ਼ਾਂ ਰੱਖੀਆਂ ਹੈ ਉਹ ਸਭ ਤੁਹਾਡੇ ਜੀਵਨ 'ਚ ਆਉਣਗੀਆਂ। ਤਾਂ ਕਿਉਂ ਦੇਰੀ ਕਰੀਏ? ਪਰਮੇਸ਼ਵਰ ਨੇ ਆਪਣੀਆਂ ਸਾਰੀਆਂ ਬਰਕਤਾਂ ਆਪਣੇ ਪੁੱਤਰ 'ਚ ਹੀ ਰੱਖੀਆਂ ਹੈ। ਤੁਸੀਂ ਪੁੱਤਰ ਨੂੰ ਗ੍ਰਹਿਣ ਕਰੋ। ਜੇ ਤੁਸੀਂ ਹਾਂ ਕਹਿੰਦੇ ਹੋ ਤਾਂ ਆਓ ਅਸੀਂ ਮਿਲ ਕੇ ਪ੍ਰਾਰਥਨਾ ਕਰੀਏ। ਆਓ ਪ੍ਰਾਰਥਨਾ ਕਰਨ ਦੇ ਲਈ ਆਪਣੇ ਸਰਾਂ ਨੂੰ ਝੁਕਾਓ। ਮਹਾਨ ਪਵਿੱਤਰ ਪ੍ਰੇਮ ਨਾਲ ਭਰੇ ਹੋਏ ਪਰਮੇਸ਼ਵਰ ਪਿਤਾ, ਉਸ ਦਿਨ ਉਸ ਰਾਤ ਨੂੰ ਤੁਸੀਂ ਪ੍ਰਗਟ ਹੋ ਕੇ ਸੁਲੇਮਾਨ ਦੇ ਸਾਹਮਣੇ ਆ ਕੇ ਤੁਸੀਂ ਕਿਹਾ ਕਿ ਤੂੰ ਕੀ ਚਾਹੁੰਦਾ ਹੈ, ਅਤੇ ਸੁਲੇਮਾਨ ਨੇ ਨਾ ਤਾਂ ਧਨ ਮੰਗਿਆ, ਨਾ ਦੌਲਤ ਮੰਗੀ ਅਤੇ ਨਾ ਹੀ ਐਸ਼ੋ ਆਰਾਮ ਮੰਗਿਆ, ਨਾ ਉਸਨੇ ਰਾਜ ਚਾਹਿਆ। ਪ੍ਰਭੂ ਜੀ, ਜੋ ਤੁਸੀਂ ਉਸ ਨੂੰ ਜ਼ਿੰਮੇਦਾਰੀ ਦਿੱਤੀ ਹੈ ਉਸ ਨੂੰ ਸੰਭਾਲਣ ਲਈ ਉਸਨੇ ਗਿਆਨ ਮੰਗਿਆ ਹੈ। ਆਪਣੀ ਇੱਛਾ ਦੇ ਅਨੁਸਾਰ ਨਿਆਂ ਦੇ ਨਾਲ ਰਾਜ ਕਰਨ ਦੇ ਲਈ ਉਸਨੇ ਗਿਆਨ ਮੰਗਿਆ। ਉਸਨੇ ਇੱਛਾ ਕਰਕੇ ਜੋ ਕੁਝ ਵੀ ਮੰਗਿਆ ਅਤੇ ਤੁਸੀਂ ਖੁਸ਼ ਹੋ ਕੇ ਉਸ ਨੂੰ ਸਭ ਕੁਝ, ਧਨ, ਦੌਲਤ ਅਤੇ ਸਾਮਰਥ, ਸਭ ਕੁਝ ਤੁਸੀਂ ਉਸ ਨੂੰ ਦੇ ਦਿੱਤਾ। ਪ੍ਰਭੂ ਜੀ, ਅੱਜ ਅਸੀਂ ਤੁਹਾਡੀ ਹਜ਼ੂਰੀ 'ਚ ਆ ਕੇ ਅਸੀਂ ਵੱਡੀਆਂ-ਵੱਡੀਆਂ ਇੱਛਾਵਾਂ ਕਰ ਰਹੇ ਹਾਂ। ਅਸੀਂ ਦੁਨੀਆਦਾਰੀ ਦੇ ਅਨੁਸਾਰ ਇੱਛਾ ਕਰਦੇ ਹਾਂ ਅਤੇ ਇੱਕ ਦੂਸਰੇ ਦੇ ਨਾਲ ਤੁਲਨਾ ਕਰਦੇ ਹੋਏ ਸੰਸਾਰ ਦੀਆਂ ਚੀਜ਼ਾਂ ਅਸੀਂ ਮੰਗਦੇ ਹਾਂ, ਕਿਉਂਕਿ ਸਾਡੀ ਆਤਮਿਕਤਾ ਹੀ ਐਸੀ ਹੀ ਹੈ। ਉਸ ਦਿਨ ਸੁਲੇਮਾਨ ਦੀ ਆਤਮਿਕਤਾ ਤੁਹਾਡੇ ਅਨੁਸਾਰ ਹੀ ਸੀ। ਤਗੜਾ ਹੋਣ ਤੇ ਵੀ ਉਸਨੇ ਘਮੰਡ ਨਹੀਂ ਕੀਤਾ। ਉੱਨਤੀ ਦੇ ਰਾਹ ਤੇ ਆਉਣ ਤੋਂ ਬਾਅਦ ਵੀ ਉਸਨੇ ਘਮੰਡ ਨਹੀਂ ਕੀਤਾ। 10 ਲੋਕਾਂ ਨੂੰ ਤੁਹਾਡੀ ਹਜ਼ੂਰੀ 'ਚ ਲਿਆਉਣ ਵਾਲਾ ਸੀ। ਉਹ ਐਸਾ ਸੀ ਕਿ ਉਸਨੇ ਆਪਣੇ ਅਹੁਦੇ ਅਨੁਸਾਰ ਤੁਹਾਡੇ ਸਾਹਮਣੇ ਭੇਟਾਂ ਲਿਆਂਦੀਆਂ। ਇਸ ਨੂੰ ਵੇਖ ਕੇ ਪ੍ਰਭੂ ਜੀ ਤੁਸੀਂ ਉਹਦੇ ਤੇ ਖੁਸ਼ ਹੋਏ। ਇਸ ਲਈ ਸਬਰ ਕਰਨ ਵਾਲਾ ਆਤਮਾ ਸਾਨੂੰ ਦਿਓ। ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਮੈਂ ਇਸ ਪ੍ਰਾਰਥਨਾ ਨੂੰ ਤੁਹਾਡੇ ਅੱਗੇ ਕਰਦਾ ਪਿਤਾ। ਆਮੀਨ। ਸਾਡਾ ਪਤਾ ਕਲਵਰੀ, ਪੋਸਟ ਬਾਕਸ ਨੰਬਰ 30, ਕੁਕਟਪੱਲੀ, ਹੈਦਰਾਬਾਦ 72।